वाहिगुरु जी सतनाम श्री वाहिगुरु वाहिगुरु वाहिगुरु। गुरु गरीब निवास श्री गुरु ग्रंथ साहिब जी महाराज। एक ओंकार सतनाम करता पुरख निर्भव निर्वैर अकाल मूरत आजूनी सैभं गुर प्रसाद जप आद सच जुगाद सत है भी सच नानक
रसना अमृत पियो सदा सुहिला कर लहरियो उस्तत मन में कर निरंकार कर मन मेरे सत व्यवहार निर्मल रसना अमृत पियो सदा सुहेला कर लहरियो नैना पेख ठाकुर का रंग नैना पेख ठाकुर का रंग नैनो पेख ठाकुर का रंग चरण चलो मार्ग गोविंद मिटे पाप जपिए हर बिंद चरण चलो मार्ग गोविंद मिटे पाप जपिए हर बिंद ऐसा ज्ञान जपो मन मेरे 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 ज्ञान जपो
बिख खाए, अमृत छाप काहे बिख खाए। ऐसा ज्ञान जपो मन मेरे, ऐसा ज्ञान जपो मन मेरे। ऐसा ज्ञान जपो मन मेरे, ऐसा ज्ञान जपो मन मेरे, ऐसा ज्ञान जपो मन मेरे, ऐसा ज्ञान जपो मन मेरे। ज्ञान ज्ञान सब कोई रमै, ज्ञान ज्ञान सब कोई रमै। ज्ञान ज्ञान सब कोई रमै, ज्ञान ज्ञान सब कोई रमै। बंधन बांध्या सब जग पवै, बंधन बांध्या सब जग पवै। बंधन बांध्या सब जग पवै, बंधन बांध्या सब जग पवै। बंधन बांध्या सब जग पवै, बंधन बांध्या सब जग पवै। ऐसा ज्ञान जपो मन मेरे, ऐसा ज्ञान जपो मन मेरे। ऐसा ज्ञान जपो मन मेरे, ऐसा ज्ञान जपो मन मेरे, ऐसा ज्ञान जपो मन मेरे, ऐसा ज्ञान जपो मन मेरे। वो चाकर साचे के, वो चाकर साचे के। ओ जाकर साचे के, ओ जाकर साचे के। हो चाकर साच के। ऐसा ज्ञान जपो मन मेरे, ऐसा ज्ञान जपो मन मेरे। ऐसा ज्ञान जपो मन मेरे, ऐसा ज्ञान जपो मन मेरे, ऐसा ज्ञान जपो मन मेरे, ऐसा ज्ञान जपो मन मेरे। सेवा करे तो चाकर होए, सेवा करे तो चाकर होए। सेवा करे तो जाकर होए, सेवा करे
थल थल महियल रव रहया सोए ऐसा ज्ञान जपो मन मेरे ऐसा ज्ञान जपो मन मेरे ऐसा ज्ञान जपो मन मेरे ज्ञान जपो मन मेरे ऐसा ज्ञान जपो मन मेरे ऐसा ज्ञान जपो मन मेरे हम नहीं चंगे बुरा नहीं कोई 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 प्रणिबत नानक तारे सोए प्रणिबत नानक तारे सोए प्रणिबत नानक तारे सोए प्रणवत नानक तारे सोए प्रणवत नानक तारे सोए प्रणवत नानक तारे सोए ऐसा ज्ञान जपो मन मेरे 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 वो जाकर साथे के वो जाकर साथे के वो जाकर साथे के ऐसा ज्ञान जपो मन मेरे 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 ऐसा
ਵਾਹਿਗੁਰੂ 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 ਜਿਹੜੇ ਵਾਹਿਗੁਰੂ ਵਾਹਿਗੁਰੂ ਜਪਦੇ ਅੱਖ ਉਜਲਾ ਕਰ ਲੈਂਦੇ ਜਿਹੜੇ ਵਾਹਿਗੁਰੂ ਵਾਹਿਗੁਰੂ ਜਪਦੇ ਅੱਖ ਉਜਲਾ ਕਰ ਲੈਂਦੇ ਵਾਹਿਗੁਰੂ ਵਾਹਿਗੁਰੂ ਜਪਦੇ ਅੱਖ ਉਜਲਾ ਕਰ ਲੈਂਦੇ ਜਿਹੜੇ ਵਾਹਿਗੁਰੂ ਵਾਹਿਗੁਰੂ ਜਪਦੇ ਉਹ ਕਿਉਂ ਜਲ ਜਿਹੜੇ ਵਾਹਿਗੁਰੂ ਵਾਹਿਗੁਰੂ ਜਪਦੇ
ਧੰਨ ਧੰਨ ਸਤਿਗੁਰੂ ਸਤਿਗੁਰਾਂ ਦੀ ਸਾਜ ਨਵਾਜੀ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਕਰੋ ਰਸਨਾ ਪਵਿੱਤਰ ਲਵਾਓ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਜਿੱਥੋਂ ਤੱਕ ਆਵਾਜ਼ ਸੁਣਦੇ ਹੋ ਆਓ ਗੁਰੂ ਚਰਨਾਂ ਦੀ ਹਾਜ਼ਰੀ ਭਰਦੇ ਹੋਏ ਫਤਿਹ ਦੀ ਸਾਂਝ ਪਾਵੋ ਜੀ। ਬੋਲਣਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਬੇਨਤੀ ਕਰਦੇ ਹਾਂ ਜਿਤਨੀਆਂ ਸੰਗਤਾਂ ਥੱਲੇ ਹਾਲ ਦੇ ਵਿੱਚ ਲੰਗਰ ਹਾਲ ਵਿੱਚ ਜਾਂ ਬਾਹਰ ਹਨ ਆਓ ਗੁਰੂ ਚਰਨਾਂ ਦੀ ਹਾਜ਼ਰੀ ਭਰੀਏ ਗੁਰੂ ਦੇ ਚਰਨਾਂ ਨਾਲ ਜੁੜਨਾ ਕਰੀਏ। ਹਰ ਮੱਸਿਆ ਦੀ ਤਰ੍ਹਾਂ ਗੁਰੂ ਦੇ ਚਰਨਾਂ ਦੇ ਵਿੱਚ ਜੁੜ ਕੇ ਗੁਰੂ ਦੀ ਬਾਣੀ ਨੂੰ ਪੜ੍ਹੀਏ ਸੁਣੀਏ ਵਿਚਾਰੀਏ ਹਰ ਜਸ ਕੀਰਤਨ ਕਰੀਏ ਲਾਹਾ ਪ੍ਰਾਪਤ ਕਰੀਏ ਆਪਣਾ ਜੀਵਨ ਸਫਲ ਬਣਾਈਏ। ਪੜ੍ਹ ਰਹੇ ਸਾਂ ਆਪਾਂ ਸ਼ਬਦ ਉਸਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ। ਕਹਿੰਦੇ ਉਸ ਪਰਮਾਤਮਾ ਦੀ ਉਸਤਤ ਕਰੀਏ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਈਏ। ਇਹ ਮੇਰਾ ਮਨਾ ਇਹੋ ਹੀ ਸੱਚਾ ਵਿਹਾਰ ਹੈ ਸੱਚਾ ਸੌਦਾ ਹੈ। ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ। ਆ ਰਸਨਾ ਦੇ ਨਾਲ ਗੁਰੂ ਦੀ ਬਾਣੀ ਨੂੰ ਗਾਈਏ ਗੁਰ ਸ਼ਬਦਾਂ ਨੂੰ ਗਾਈਏ ਵਾਹਿਗੁਰੂ ਵਾਹਿਗੁਰੂ ਜਪਣਾ ਕਰੀਏ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਵਿਸਤਾਰੇ। ਗੁਰੂ ਪਿਆਰੇ ਵੀ ਅੰਮ੍ਰਿਤ ਪੀਣਾ ਕਰੀਏ ਗੁਰੂ ਦੀ ਬਾਣੀ। ਨੈਨੋ ਪੇਖ ਠਾਕਰ ਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ। ਸਤਿਗੁਰੂ ਸਮਝਾਉਣਾ ਕਰਦੇ ਹਨ ਕਹਿੰਦੇ ਅੱਖਾਂ ਨਾਲ ਦਰਸ਼ਨ ਕਰੀਏ ਹਰ ਪਾਸੇ ਪ੍ਰਮਾਤਮਾ ਨਜ਼ਰ ਆਵੇ ਪਰ ਜੇ ਗਿਆਨ ਦੇ ਨਾਲ ਜੁੜੀਏ ਸਤ ਸੰਗਤ ਕਰੀਏ ਗੁਰੂ ਪਿਆਰੇ ਸੋਝੀ ਤਾਂ ਹੀ ਆਵੇ ਤਾਂ ਹੀ ਮਨ ਮੰਨੇ। ਜੇ ਸਤਸੰਗ ਦੇ ਵਿੱਚ ਬੈਠੀਏ ਸਤਿਗੁਰੂ ਕਹਿੰਦੇ ਗੁਰੂ ਦੀ ਸੰਗਤ ਸਾਧ ਸੰਗ ਬਿਨਸੈ ਸਭ ਸੰਗ। ਭੈੜੇ ਖਿਆਲ ਵਿਸ਼ੇ ਵਿਕਾਰ ਬੁਰੀਆਂ ਆਦਤਾਂ ਦੂਰ ਭੱਜ ਜਾਣੀਆਂ ਜੇ ਸਤਸੰਗਤ ਕਰਦੇ ਰਹੀਏ। ਤੇ ਗੁਰਬਾਣੀ ਵਾਰ-ਵਾਰ ਆਪਾਂ ਨੂੰ ਸਮਝਾਉਣਾ ਕਰਦੀ ਹੈ ਕਿ ਸਤਸੰਗਤ ਕਰੀਏ ਸਤਸੰਗਤ ਕਰੀਏ ਗੁਰੂ ਦੀ ਬਾਣੀ ਨਾਲ ਜੁੜੀਏ ਜਦੋਂ ਵੀ ਸਮਾਂ ਮਿਲੇ। ਚਰਨ ਚਲੋ ਮਾਰ ਗੋਬਿੰਦ ਮਿਟਾ ਪਾਪ ਜਪੀਆ ਹਰਵਿੰਦ। ਕਹਿੰਦੀ ਪੈਰਾਂ ਨਾਲ ਚੱਲ ਕੇ ਆਇਆ ਕਰੀਏ ਗੁਰੂ ਘਰ ਜਿੱਥੇ ਸਤਸੰਗਤ ਹੁੰਦੀ ਹੈ ਜਿੱਥੇ ਗੁਰੂ ਦੀ ਬਾਣੀ ਗੁਰੂ ਦਾ ਗਿਆਨ ਜਿੱਥੋਂ ਪ੍ਰਾਪਤ ਹੁੰਦਾ ਹੈ ਤਾਂ ਕਿ ਇਹ ਕਾਇਆ ਇਹ ਸਰੀਰ ਵੀ ਸਾਡਾ ਸਫਲ ਹੋ ਜਾਵੇ। ਮਿਟੈ ਪਾਪ ਜਪੀਆ ਹਰ ਬਿੰਦ। ਕਹਿੰਦੇ ਜੇ ਥੋੜਾ ਸਮਾਂ ਹੀ ਜਪ ਲਈਏ ਤੇ ਜਨਮਾਂ ਜਨਮਾਂਤਰਾਂ ਦੇ ਪਾਪ ਹੈ ਜਿਹੜੇ ਉਹ ਮਿਟ ਜਾਂਦੇ ਆ। ਭਾਵ ਹਿਰਦਾ ਸ਼ੁੱਧ ਹੋ ਜਾਂਦਾ ਹੈ ਵਹਿਮ ਭਰਮ ਨਿਕਲ ਜਾਂਦੇ ਆ ਸੰਸਿਆਂ ਵਿੱਚੋਂ ਨਿਕਲ ਜਾਈਦਾ ਹੈ। ਭਾਈ ਸਾਹਿਬ ਵਿਚਾਰ ਕਰ ਰਹੇ ਸਨ ਕਿ ਸਰਾਧਾਂ ਦੇ ਸਮੇਂ ਜਿਨ੍ਹਾਂ ਦੇ ਅੰਮ੍ਰਿਤ ਛਕੇ ਹੁੰਦੇ ਆ ਉਹ ਵੀ ਕਹਿੰਦੇ ਸਰਾਧ ਪਾਉਂਦੇ ਹੈ ਕਿਉਂਕਿ ਗੁਰੂ ਦੀ ਸੰਗਤ ਨਹੀਂ ਕੀਤੀ ਹੁੰਦੀ। ਵੇਖਾ ਵੇਖੀ ਅੰਮ੍ਰਿਤ ਛਕ ਲਿਆ ਹੁੰਦਾ ਹੈ ਸਿਰਫ ਕਿਰਪਾਨ ਧਾਰਨ ਕੀਤੀ ਹੈ ਪਰ ਗਿਆਨ ਨਹੀਂ ਪ੍ਰਾਪਤ ਕੀਤਾ ਗੁਰੂ ਦਾ ਗੁਰਬਾਣੀ ਨੂੰ ਸੁਣਿਆ ਨਹੀਂ ਪੜ੍ਹਿਆ ਨਹੀਂ ਵਿਚਾਰਿਆ ਨਹੀਂ ਕਿਤੇ ਸਤਸੰਗਤ ਨਹੀਂ ਕੀਤੀ ਭਰਮ ਗਏ ਨਹੀਂ ਮਨ ਦੇ ਸ਼ੰਕੇ ਨਹੀਂ ਗਏ। ਮਨ ਡਰਦਾ ਹੈ ਵੀ ਜੇ ਆਏ ਨਾ ਕੀਤਾ ਪਤਾ ਨਹੀਂ ਕੀ ਹੋ ਜਾਣਾ ਹੈ। ਸਤਿਗੁਰੂ ਸਮਝਾਉਣਾ ਕਰਦੇ ਹਨ ਕਹਿੰਦੇ ਜੇ ਬਿੰਦ ਵੀ ਜੁੜ ਜਾਏ ਭਾਵ ਥੋੜਾ ਸਮਾਂ ਅੱਖ ਦੇ ਝਪਕਣ ਜਿਤਨਾ ਸਮਾਂ ਨਿਮਕ ਜਿਤਨਾ ਸਮਾਂ ਵੀ ਜੇ ਕਹਿੰਦੇ ਜੁੜ ਜਾਏ ਤੇਰੀ ਸੁਰਤ ਤੇ ਜਨਮਾਂ ਜਨਮਾਂਤਰਾਂ ਦੇ ਪਾਪ ਉਤਰ ਜਾਣ। ਗੁਰੂ ਦਸਵੇਂ ਪਾਤਸ਼ਾਹ ਸਮਝਾਉਣਾ ਕਰਦੇ ਕਹਿੰਦੇ ਏਕ ਚਿਤ ਜਹ ਇੱਕ ਛਨ ਧਿਆਇਓ ਕਾਲ ਫਾਸ ਕੇ बीच ना आयो काल दी फाही कट्टी जाए। सतगुरु कहते जे सत्संग दे विच बैठ जाए जे गुरु नाल जुड़े गुरु दी बाणी नाल जुड़ जाए
गुरु का ज्ञान प्राप्त कर लए। कर हर कर्म सरवण हर कथा। कर कहते ने हत्थां नूं, कहते हत्थां दे नाल भी चंगे कर्म करें, सेवा करें। कन्नां दे नाल गुरु की बाणी सुने, हरि का नाम सुने। कर हर कर्म सरवण हर कथा। गुरु प्यारिओ का साडा मन ऐसा संसार का मोह लगे, ऐसा माया का मोह लगे है, गुरु वाल ये मन मुख ही नहीं करता। ਇਹਦੇ ਕੋਲੇ ਸਮਾਂ ही नहीं गुरु के चरणों में बैठण का, गुरु की बाणी सुनने का। ਇਹਨੂੰ समझ ना आई। धन गुरु नानक देव जी महाराज 550 साल तो होका ला रहे ने, समझा रहे ने, पर इन्हें फिर भी समझ ना आई। गुरु की संगत ना इस मन तो हुई ते सतगुरु समझाते कहते कर हर कर्म सरवण हर कथा। हर दर कह नानक उजल मथा। कहते जे सुरखरू होना है ना, जे आत्मिक आनंद पाना है, जे संशय निवृत्त करने हैं, भरमा विचों निकलना है, तो फिर ये कुछ करना पैना। तेन गुरु की संगत करनी पैनी है। गुरु की संगत हो गई, सच्चा ज्ञान हृदय विच वस गया, अमृत रस पीण लग गया, तेरी रसना अमृत पीण लग गई। फिर कहते जहर वाल नहीं भजेगा, विख वाल नहीं भजेगा। आप शब्द पढ़ रहे सा, अंतर वसै ना बाहर जाए। फिर बाहर नहीं भजेगा। जो अंतर्मुख हो गया, जो सच्चे ज्ञान की समझ आ गई, फिर विषय विकार नहीं तंग करनगे। फिर तृष्णा नहीं लगेगी, भुखा मिट जाएगियां। जो सच्चे नाम नाल जुड़ गया, साचा नाम मेरा आधारो, जिन भुखा सब गवाइया। अंतर वसै ना बाहर जाए। अमृत छाड़ काहे विख खाए। कहते फिर जिन्होंने अमृत की समझ आ जाए, जिन्होंने अमृत की समझ आ जाए, तो सतगुरु कहते फिर अमृत को छड्ड के फिर जहर को क्यों खाएगा। ते नहीं तो गुरु प्यारिओ सत्संगत दे विच बैठना ते लगदा औखा, ते कुसंगत दे विच बैठे हुए समय का पता ही नहीं लगता। टीवी दे फिल्म चलती हुए या होर रंग तमाशे वेखदा हुए, गुरु प्यारे ये मन को पता ही नहीं लगता भी कितना चिर बैठ गया जे दुनिया के रंग तमाशे वेखदा हुए। फिर तो घंटिया बधी बैठा रहता है, पर गुरु की संगत में बैठने लिए समा नहीं इहदे कोले। सतगुरु की गुरबाणी सानू समझाउणा करदी है। जिन्हों कहते समझ आ गई, अमृत छाड़ काहे विख खाए। फिर कहते अमृत नूं छड्ड के फिर वो विख विषय विकार जहर वाल नहीं भजदा। जाको रस हर रस है आयो, जिन्हों हरि दे नाम का रस आ गया, सो अन रस ना ही लपटायो। वो कहते दुनियावी रस है जिहड़े उन्हां दे विच लपट नहीं हुंदा। इसलिए हमेशा गुरु के दसे हुए रस्ते ते तुरीए, गुरु की संगत करिया करिए, गुरु प्यारिओ गुरबाणी नूं पढ़िया करिए, सुनिया करिए, ताकि साडा मन भी गुरु के चरणों नाल जुड़ जाए, सच के रस्ते ते तुर पाए।
ਇਹ ਮਨ ਨੂੰ ਵੀ ਬਾਣੀ ਦਾ ਰੰਗ ਚੜ ਜਾਏ, ਇਹਦਾ ਮਨ ਲੱਗੇ ਸਤਸੰਗ ਦੇ ਵਿੱਚ ਬੈਠਣਾ ਦਾ ਸੁਭਾਅ ਬਣ ਜਾਏ ਇਸ ਦਾ। ਉਸੇ ਰਾਹ ਤੁਰੀਏ ਜੀ ਜਿਹੜੇ ਰਾਹ ਤੋਰਨ ਸਤਿਗੁਰ, 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 ਉਸੇ ਰਾਹ ਤੁਰੀਏ ਜੀ 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 ਜਿਹੜੇ ਰਾਹ ਤੋਰਨ ਸਤਿਗੁਰ। ਗੁਰੂ ਦੇ ਦੱਸੇ ਹੋਏ ਮਾਰਗ ਤੇ ਤੁਰਨਾ ਕਰੀਏ, ਚਰਨ ਚੱਲੋ ਮਾਰਗ ਗੋਬਿੰਦ। ਮਾਰਗ ਕਹਿੰਦੇ ਨੇ ਰਸਤਾ, ਸੱਚ ਦਾ ਰਸਤਾ, ਸੱਚ ਦੇ ਰਸਤੇ ਤੇ ਤੁਰੀਏ। 550 ਸਾਲ ਤੋਂ ਸਤਿਗੁਰੂ ਉਹ ਰਸਤਾ ਦੱਸਦੇ ਆ ਰਹੇ ਆ ਤੇ ਅੱਜ ਵੀ ਦੱਸੀ ਜਾਂਦੇ ਆ, ਅੱਜ ਵੀ ਸਮਝਾਈ ਜਾਂਦੇ ਆ। ਪਰ ਗੁਰੂ ਕਹਿ ਰਹੇ ਸਾਡਾ ਹੀ ਮਨ ਹੈ ਜਿਹੜਾ, ਸਾਡਾ ਹੀ ਮੁੱਖ ਹੈ ਜਿਹੜਾ, ਗੁਰੂ ਵਾਲੇ ਪਾਸੇ ਨਹੀਂ, ਗੁਰੂ ਦੇ ਦੱਸੇ ਹੋਏ ਰਸਤੇ ਤੇ ਨਹੀਂ। ਅਸੀਂ ਹੀ ਜਿਵੇਂ ਮੀਂਹ ਵਰਸਦਾ ਨਾ, ਦੋ ਭਾਂਡੇ, ਇੱਕ ਸਿੱਧਾ ਇੱਕ ਮੂਧਾ ਪਿਆ, ਬਸ ਉਹ ਭਾਂਡੇ ਵਾਲੀ ਗੱਲ ਹੈ, ਸਾਡਾ ਭਾਂਡਾ ਹੀ ਮੂਧਾ ਪਿਆ। ਗੁਰੂ ਦੀ ਬਾਣੀ ਨੂੰ ਸੁਣਿਆ ਨਹੀਂ, ਸਮਝਿਆ ਨਹੀਂ, ਗੁਰੂ ਦੀ ਸਤ ਸੰਗਤ ਨਹੀਂ ਕੀਤੀ। ਸਤਿਗੁਰੂ ਤੇ ਆਵਾਜ਼ਾਂ ਮਾਰ ਰਹੇ ਸਨ। ਕਹਿੰਦੇ ਜਿਨ੍ਹਾਂ ਨੇ ਸੁਣਿਆ, ਜਿਨ੍ਹਾਂ ਨੇ ਸਮਝਿਆ, ਜਿਨ੍ਹਾਂ ਨੇ ਉਸ ਅੰਮ੍ਰਿਤ ਰਸ ਨੂੰ ਪੀਤਾ, ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸ਼ਬਦ ਵਿਚਾਰ ਰਹੇ ਹਾਂ ਆਪਾਂ, ਐਸਾ ਗਿਆਨ ਜਪੋ ਮਨ ਮੇਰੇ। ਤੇ ਸਤਿਗੁਰੂ ਸਮਝਾਉਂਦੇ, ਕਹਿੰਦੇ ਇਹੋ ਜਿਹਾ ਗਿਆਨ ਜਪਣਾ ਕਰ, ਭਾਵ ਪਰਮਾਤਮਾ ਨਾਲ ਡੂੰਘੀ ਸਾਂਝ ਪਾ, ਸੁਰਤ ਜੋੜਨਾ ਕਰ ਪਰਮਾਤਮਾ ਦੇ ਨਾਲ, ਪਰਮਾਤਮਾ ਦੇ ਨਾਲ ਸੁਰਤ ਜੋੜ।
ਗੁਰੂ ਦੇ ਸ਼ਬਦ ਨਾਲ, ਗੁਰੂ ਦੇ ਸ਼ਬਦ ਦਾ ਗਿਆਨ ਲੈ ਤੈਨੂੰ ਸਮਝ ਆਏ, ਜੀਵਨ ਜਿਉਣ ਦੀ ਜਾਚ ਆਏ, ਤੈਨੂੰ ਸਿੱਖਿਆ ਆਵੇ। ਨਹੀਂ ਤੇ ਸਵਾਸ ਵਿਰਥੇ ਜਾਂਦੇ ਹੈ। ਆ ਸਵਾਸ ਬੜਾ ਮਹਿੰਗਾ ਹੈ, ਇਹਦਾ ਮੁੱਲ ਕੋਈ ਨਹੀਂ। ਸਵਾਸ ਆਇਆ ਗਿਆ, ਨਹੀਂ ਸਫਲ ਗਿਆ ਜੇ ਸੱਚਾ ਗਿਆਨ ਨਹੀਂ ਲਿਆ। ਸਤਿਗੁਰੂ ਕਹਿੰਦੇ ਐਸਾ ਗਿਆਨ ਜਪੋ ਮਨ ਮੇਰੇ ਹੋਵੋ ਚਾਕਰ ਸਾਚੇ ਕੇਰੇ, ਸਾਚੇ ਕੇਰੇ। ਕਹਿੰਦੇ ਜਦੋਂ ਗਿਆਨ ਲੈ ਲਏਗਾ ਨਾ, ਸੱਚੇ ਨਾਮ ਨਾਲ ਜੁੜ ਜਾਏਗਾ, ਗੁਰੂ ਦੀ ਬਾਣੀ ਨਾਲ ਜੁੜ ਜਾਏਗਾ, ਫਿਰ ਗੁਰਬਾਣੀ ਦੀ ਬਰਕਤ ਦੇ ਨਾਲ, ਸੱਚੇ ਨਾਮ ਦੀ ਬਰਕਤ ਦੇ ਨਾਲ ਸੱਚਾ ਸੇਵਕ ਬਣ ਜਾਏਗਾ। ਫਿਰ ਸੱਚਾ ਸੇਵਕ ਬਣੇਗਾ, ਪਤਾ ਲੱਗੇਗਾ ਵੀ ਕੀ ਹੈ ਸੇਵਾ, ਕਿਵੇਂ ਹਾਜ਼ਰੀ ਭਰੀ ਜਾਂਦੀ ਹੈ, ਕਿਵੇਂ ਹਾਜ਼ਰੀ ਭਰੀ ਜਾਂਦੀ ਹੈ ਦਰਬਾਰ ਦੀ। ਨਹੀਂ ਤੇ ਇਸ ਮਨ ਨੂੰ ਪਤਾ ਕੋਈ ਨਹੀਂ ਵੀ ਦਰਬਾਰ ਵਿੱਚ ਕਿਉਂ ਆਇਆ ਜਾਂਦਾ ਹੈ, ਕਿਵੇਂ ਆਉਨੇ ਆ। ਨਹੀਂ ਤੇ ਇਦਾਂ ਹੀ ਸਮਝਦੇ ਆ ਗੁਰੂ ਪਿਆਰੇ ਵੀ ਮੱਥਾ ਟੇਕਣ ਹੀ ਆਉਨੇ ਆ, ਬਸ ਮੱਥਾ ਟੇਕਿਆ ਤੇ ਗਏ, ਮੱਥਾ ਟੇਕਿਆ ਤੇ ਤੁਰ ਗਏ। ਗੁਰੂ ਦੇ ਦਰਸ਼ਨ ਹੋ ਗਏ। ਅਰ ਜੇ ਗੁਰ ਸ਼ਬਦ ਨੂੰ ਸੁਣੀਏ ਪੜ੍ਹੀਏ, ਸਤਿਗੁਰੂ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ, ਡਿਠੈ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਕਹਿੰਦੇ ਸ਼ਬਦ ਦੀ ਵਿਚਾਰ ਪ੍ਰਾਪਤ ਨਹੀਂ ਕੀਤੀ, ਫਿਰ ਸੰਤੁਸ਼ਟੀ ਭਾਲਦਾ ਵੀ ਸੰਤੁਸ਼ਟ ਹੋ ਜਾਵਾਂ ਮੈਂ, ਤ੍ਰਿਸ਼ਨਾ ਬੁਝੇ ਭੁੱਖਾ ਮਿਟ ਜਾਣ ਰੱਜ ਜਾਵਾਂ ਮੈਂ। ਉਵੇਂ ਤਾਂ ਸਾਰਾ ਸੰਸਾਰ ਹੀ ਕਹਿੰਦੇ ਦਰਸ਼ਨ ਕਰਦਾ ਹੈ, ਸਾਰਾ ਸੰਸਾਰ ਹੀ ਵੇਖਦਾ ਸਤਿਗੁਰੂ ਨੂੰ, ਪਰ ਜਿਤਨਾ ਚਿਰ ਸ਼ਬਦ ਦੀ ਵਿਚਾਰ ਨਹੀਂ ਪ੍ਰਾਪਤ ਕੀਤੀ, ਸੱਚਾ ਗਿਆਨ ਨਹੀਂ ਲਿਆ। ਆਸਾ ਦੀ ਵਾਰ ਦੇ ਵਿੱਚ ਆਪਾਂ ਪੜ੍ਹਦੇ ਆ, ਰੋਜ਼ ਸਰਵਣ ਕਰਦੇ ਆ, ਤੇ ਸਤਿਗੁਰੂ ਸਮਝਾਉਣਾ ਕਰਦੇ। ਕਹਿੰਦੇ ਸੀਸ ਨਵਾਈਆ ਕਿਆ ਥੀਏ ਜਰ ਦੇ ਕਸੁੱਤੇ ਜਾਹੇ। ਕਹਿੰਦੇ ਜੇ ਅੰਦਰੋਂ ਹਉਮੈ ਨਾ ਗਈ, ਫਿਰ ਕਹਿੰਦੇ ਸੀਸ ਨਵਾਉਣ ਦਾ ਵੀ ਕੀ ਫਾਇਦਾ। ਜੇ ਅੰਦਰ ਦੀ ਬੁਰਾਈ ਨਾ ਮਿਟੀ, ਕਹਿੰਦੇ ਸ਼ਿਕਾਰੀ ਜਦੋਂ ਸ਼ਿਕਾਰ ਕਰਦਾ ਨਾ ਮਿਰਗ ਨੂੰ, ਤੇ ਉਦੋਂ ਲੰਬਾ ਪੈ ਜਾਂਦਾ, ਲੰਬਾ ਪੈ ਜਾਂਦਾ ਹੈ। ਤੇ ਸ਼ਿਕਾਰੀ ਮਿਰਗ ਨੂੰ ਡੰਡੌਤ ਬੰਦਨ ਥੋੜੀ ਕਰਦਾ ਹੈ, ਅੰਦਰ ਤੇ ਖੋਟ ਹੁੰਦਾ ਉਸਦੇ, ਉਹ ਤੇ ਉਹਨੂੰ ਮਾਰਨ ਲਈ ਲੰਬਾ ਪੈਂਦਾ ਹੈ। ਉਹਦੇ ਅੰਦਰ ਤੇ ਖੋਟ ਹੁੰਦਾ ਹੈ। ਇਸੇ ਲਈ ਸਤਿਗੁਰੂ ਸਮਝਾਉਣਾ ਕਰਦੇ, ਕਹਿੰਦੇ ਸਮਝੀਏ ਵੀ ਦਰਬਾਰ ਦੀ ਹਾਜ਼ਰੀ ਕਿਵੇਂ ਭਰੀ ਜਾਂਦੀ ਹੈ, ਕਿਸ ਲਈ ਆਉਨੇ ਅਸੀਂ, ਗੁਰੂ ਦੀ ਸੰਗਤ ਕਿਵੇਂ ਕੀਤੀ ਜਾਂਦੀ ਹੈ, ਕੀ ਪ੍ਰਾਪਤ ਹੁੰਦਾ ਹੈ। ਇੱਥੋਂ ਜੀਵਨ ਜਿਉਣ ਦੀਆਂ ਜਾਚਾਂ ਪ੍ਰਾਪਤ ਹੁੰਦੀਆਂ, ਇੱਥੋਂ ਆਪਣੇ ਆਪ ਦੀ ਸਮਝ ਆਉਂਦੀ ਹੈ। ਤੇ ਸਤਿਗੁਰੂ ਆਵਾਜ਼ਾਂ ਮਾਰ-ਮਾਰ ਸਾਨੂੰ ਸਮਝਾਉਣਾ ਕਰਦੇ, ਕਹਿੰਦੇ ਦੇਖ ਨਹੀਂ ਤੇ ਠੱਗਿਆ ਜਾ ਰਿਹਾ, ਦਿਨੋਂ ਦਿਨ ਸਵਾਸ ਤੇਰੇ ਬੀਤਦੇ ਜਾਂਦੇ ਐ। ਕਾਇਆ ਕਾਗਦ ਮਨ ਪ੍ਰਮਾਣਾ, ਸਿਰਕੇ ਲੇਖਣਾ ਪੜ੍ਹੈ ਇਆਣਾ। ਕਹਿੰਦੇ ਆ ਕਾਇਆ ਨਾ, ਜਿਹੜਾ ਤੇਰੀ ਕਾਇਆ ਇਹ ਤੇ ਕਾਗਜ਼ ਹੈ, ਤੇ ਤੇਰਾ ਮਨ ਇਹ ਕਹਿੰਦੇ ਪ੍ਰਵਾਨਾ ਧੁਰੋਂ ਲਿਖਿਆ ਹੋਇਆ ਆ। ਸਿਰਕੇ ਲੇਖਣਾ ਪੜ੍ਹੈ ਇਆਣਾ। ਪਰ ਕਹਿੰਦੇ ਇਹ ਅਣਜਾਣ, ਇਹ ਮੂਰਖ ਸਮਝਦਾ ਨਹੀਂ ਵੀ ਮੇਰੇ ਕੀਤੇ ਹੋਏ ਕਰਮ ਹੈ ਜਿਹੜੇ ਉਹਨਾਂ ਦੇ ਸੰਸਕਾਰ ਬਣਦੇ ਆ। ਜੋ ਪੂਰਵ ਕਰਮ ਕੀਤੇ ਆ ਮੈਂ, ਜੋ ਪਹਿਲਾਂ ਕਰਮ ਕੀਤੇ ਆ, ਉਹਨਾਂ ਕਰਮਾਂ ਅਨੁਸਾਰ ਮੈਂ ਹੁਣ ਅੱਗੇ ਕਰਮ ਕਰ ਰਿਹਾ। ਉਹ ਮੈਥੋਂ ਕਰਵਾਈ ਜਾ ਰਿਹਾ ਹੈ, ਮੇਰੇ ਕਰਮਾਂ ਦਾ ਫਲ ਅੱਗੇ ਆ ਰਿਹਾ ਮੇਰੇ। ਹੁਣ ਮਨ ਨਹੀਂ ਕਰਦਾ ਨਾ ਸਤਸੰਗ ਦੇ ਵਿੱਚ ਬੈਠਣ ਨੂੰ, ਕਿਉਂ ਨਹੀਂ ਕਰਦਾ?
इसलिए नहीं करता क्योंकि पूर्वले कर्म नहीं चंगे, पूर्वले कर्म नहीं चंगे। अपने आप दे मन नूं कहंदे पढ़दा नहीं, विचारदा नहीं भी क्यों नहीं बैठण नूं जी करदा, क्यों नहीं मैं चंगे कर्म करदा, माड़ियां वल क्यों जांदा भज भज के। सतगुरु गुरु नानक देव जी महाराज कहंदे ये समझदा नहीं। दरगह घड़िया तीने लेख, खोटा कर्म ना आवे वेख। कहंदे अपने लेख आप लिखवा रहे। बाबा फरीद जी के शब्द पढ़ते हुए फरीदा जे तुम अकल लतीफ काले लिखना लेख। ये कहते बहुता सियाना है, बहुती अकल समझना भी मेरा दिमाग बहुत है, ते अपने आप ही माड़े कर्मां वल तुरिया जा रहे हैं। अपने गिरेबान में सिर नीवा कर, अपने औगणा वल वेख, अपने मन वल वेख भी मेरा मन किहो जिहा है, मैं सच दे नाल क्यों नहीं जुड़ रहा, मेरा मन क्यों नहीं कर रहा। गुरु प्यारे धन गुरु नानक देव जी महाराज सानू आवाज़ां मार मार समझाउणा करदे। नानक जी विच रूपा होए, खरा खरा आखै सब कोए। जिस तरह कहते सिक्कियां दे विच नहीं, पहला चांदी दे सिक्के हुंदे, रुपईयां दे विच आपां कहंदे भी तार पाई हुई है भाई, जिस तरह मोहर लगी हुंदी है, ये असली रुपया है, ये असली सिक्का है। रूपा कहंदे भी चांदी नूं पहला चांदी पाई हुंदी विच, ते फिर उन्होंने कहता हर कोई भी खरा रुपया है, खरा सिक्का है। इस तरह ही जी कहते तुम अपने मन के अंदर गुण ना पाए, फिर ते गुरु प्यारे कहते मन है जिहड़ा खरा नहीं है, फिर मन है जिहड़ा खोटा है। जे परमात्मा दे दिते हुए गुण प्राप्त कर ले, गुरु के दिते हुए गुण प्राप्त कर ले, फिर कहते हर कोई खरा खरा कहेगा भी हाँ बई ये सचियार है, ये खरा है, ये गुणा वाला है। ते गुण गुरु के चरणों विचों प्राप्त होंदे आ, सत्संग दे विचों प्राप्त होंदे आ। धन गुरु नानक देव जी महाराज साध संगत गुरबाणी राही सानू सिक्ख्या दिंदे आ रहे है। अज आपां 550 साला हरथा मना रहे हैं, गुरु नानक देव जी महाराज की विचार कर रहे हैं, गल्लां कर रहे हैं, ते सानू पखंडां दे विचों सतगुरां ने कढिया। भेखधारियां ने, भेखियां ने धर्म के भेख धारण कर करके लुटिया संसार नूं, ते सतगुरां ने समझाउणा कीता। उन्होंने कहा की कहा कि रब साडे कोले है। उन्होंने कहा कि रब जिहड़े अस्थानां ते असीं आ इत्थे है, पर गुरु नानक देव जी महाराज ने दसना कीता कि रब सारियां दे विच वसदा है, वो परमात्मा हर थां वसदा है। इसलिए हर थां जाके सतगुरां ने इहो हुक्का लाया, समझाउणा कीता। कादी कूड़ बोल मल खाए, ब्राह्मण नावे जिया काए, जोगी जुगत ना जाने अंध, तीनों ओजाड़े का बंद। कहंदे भावें कोई काजी है, भावें कोई ब्राह्मण है, भावें कोई जोगी है, ते सतगुरु कहंदे सच तो दूर है, भेख भेख धारण कीता होया है। जे सच्चा ज्ञान नहीं प्राप्त किया तो फिर लुट रहे हैं। गुरु प्यारे सतगुरां नूं एवें नहीं धरती का भ्रमण करना पिया, एवें नहीं फकीरी बाणा पाउणा पिया। रब मंदिरां च कैद होया वेख के नानक फकीर हो गया। रब मंदिरां च कैद होया वेख के नानक फकीर हो गया। रब मंदिरां च कैद होया वेख के
कीता सगल समझाउणा कीता पर कहंदे दुनिया समझी फिर भी नहीं। बाबा सारियां नूं कहे रूप रब दा, बाबा सारियां नूं कहे रूप रब दा, लोकी भैड़े वड्डे मारदे। बाबा सारियां नूं कहे रूप रब दा, लोकी भैड़े वड्डे मारदे। बाबा सारियां नूं कहे रूप रब दा, लोकी भैड़े वड्डे मारदे। बाबा सारियां नूं कहे रूप रब दा, लोक भैड़े वड्डे मारदे। बाबा सारियां नूं कहे रूप रब दा, लोकी भैड़े वड्डे मारदे। बाबा सारियां नूं कहे रूप रब दा, लोकी भैड़े वड्डे मारदे। ਬਾਬੇ ਛੇੜੀਆਂ ਰਵਾਬ ਦੀਆਂ ਤਾਰਾਂ, ਬਾਬੇ ਛੇੜੀਆਂ ਰਵਾਬ ਦੀਆਂ ਤਾਰਾਂ, ਜੋਗੀਆਂ ਨੂੰ ਜੋਗ ਭੁੱਲ ਗਏ। ਬਾਬੇ ਛੇੜੀਆਂ ਰਵਾਬ ਦੀਆਂ ਤਾਰਾਂ, ਜੋਗੀਆਂ ਨੂੰ ਜੋਗ ਭੁੱਲ ਗਏ। ਬਾਬੇ ਛੇੜੀਆਂ ਰਵਾਬ ਦੀਆਂ ਤਾਰਾਂ, ਜੋਗੀਆਂ ਦੇ ਜੋਗ ਭੁੱਲ ਗਏ। ਬਾਬੇ ਛੇੜੀਆਂ ਰਵਾਬ ਦੀਆਂ ਤਾਰਾਂ, ਜੋਗੀਆਂ ਦੇ ਜੋਗ ਭੁੱਲ ਗਏ। ਬਾਬੇ ਛੇੜੀਆਂ ਰਵਾਬ ਦੀਆਂ ਤਾਰਾਂ, ਜੋਗੀਆਂ ਦੇ ਜੋਗ ਭੁੱਲ ਗਏ। ਬਾਬੇ ਛੇੜੀਆਂ ਰਵਾਬ ਦੀਆਂ ਤਾਰਾਂ, ਜੋਗੀਆਂ ਦੇ ਜੋਗ ਭੁੱਲ ਗਏ। ਬਾਬਾ ਬਹਿ ਗਿਆ ਸਿੱਧਾਂ ਦੇ ਅੱਗੇ ਜਾ ਕੇ, ਬਾਬਾ ਬਹਿ ਗਿਆ, ਬਾਬਾ ਬਹਿ ਗਿਆ ਸਿੱਧਾਂ ਦੇ ਅੱਗੇ ਜਾ ਕੇ। ਸਿੱਧਾ ਕੋਲੋਂ ਧਿਆਨ ਨਾ ਲੱਗੇ, ਬਾਬਾ ਬਹਿ ਗਿਆ ਸਿੱਧਾਂ ਦੇ ਅੱਗੇ ਜਾ ਕੇ। ਸਿੱਧਾ ਕੋਲੋਂ ਧਿਆਨ ਨਾ ਲੱਗੇ, ਬਾਬਾ ਬਹਿ ਗਿਆ ਸਿੱਧਾਂ ਦੇ ਕੋਲ ਜਾ ਕੇ। ਸਿੱਧਾ ਕੋਲੋਂ ਧਿਆਨ ਨਾ ਲੱਗੇ, ਬਾਬਾ ਬਹਿ ਗਿਆ ਸਿੱਧਾਂ ਦੇ ਕੋਲ ਜਾ ਕੇ। ਸਿੱਧਾ ਕੋਲੋਂ ਧਿਆਨ ਨਾ ਲੱਗੇ, ਬਾਬਾ ਬਹਿ ਗਿਆ ਸਿੱਧਾਂ ਦੇ ਕੋਲ ਜਾ ਕੇ। ਸਿੱਧਾ ਕੋਲੋਂ ਧਿਆਨ ਨਾ ਲੱਗੇ, ਬਾਬਾ ਬਹਿ ਗਿਆ ਸਿੱਧਾਂ ਦੇ ਕੋਲ ਜਾ ਕੇ। ਸਿੱਧਾ ਕੋਲੋਂ ਧਿਆਨ ਨਾ ਲੱਗੇ। ਬਾਬਾ ਜੀ ਨਾਨਕ ਫਕੀਰ ਹੋ ਗਿਆ, ਮੇਰੇ ਪਿਆਰੇ ਨਾਨਕ ਫਕੀਰ ਹੋ ਗਿਆ। ਓ ਪਿਆਰੇ ਜੀ ਨਾਨਕ ਫਕੀਰ ਹੋ ਗਿਆ, ਮੇਰੇ ਪਿਆਰੇ ਨਾਨਕ ਫਕੀਰ ਹੋ ਗਿਆ। ਬਾਬਾ ਨਾਨਕ ਫਕੀਰ ਹੋ ਗਿਆ, ਬਾਬਾ ਨਾਨਕ ਫਕੀਰ ਹੋ ਗਿਆ। ਗੁਰੂ ਪਿਆਰੇ ਕਹਿੰਦੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਸਾਰੀ ਧਰਤੀ ਦਾ ਭਰਮਣ ਕੀਤਾ, ਕੌਡੇ ਵਰਗੇ ਰਾਖਸ਼ਾਂ ਨੂੰ ਤਾਰਿਆ, ਸਿੱਖਿਆ ਦਿੱਤੀ। ਬਾਬਾ ਫੁੱਟਣ ਸ਼ਾਹ ਫਕੀਰਾਂ ਨੂੰ ਵੀ ਤਾਰਿਆ, ਸਿੱਧਾਂ ਨੂੰ ਵੀ ਤਾਰਿਆ, ਸਮਝ ਦਿੱਤੀ, ਗਿਆਨ ਦਿੱਤਾ। ਸੱਜਣ ਠੱਗ ਵਰਗਿਆਂ ਨੂੰ ਤਾਰਿਆ, ਚੋਰਾਂ ਨੂੰ ਤਾਰਿਆ, ਸੱਚਾ ਗਿਆਨ ਦੇ ਕੇ। ਜੋਗੀਆਂ ਨੂੰ ਤਾਰਿਆ, ਕਾਜ਼ੀਆਂ ਨੂੰ ਤਾਰਿਆ,
ਬ੍ਰਾਹਮਣਾਂ ਨੂੰ ਤਾਰਿਆ, ਸਮਝ ਦਿੱਤੀ, ਸਿੱਖਿਆ ਦਿੱਤੀ। ਅੱਜ ਵੀ ਦੇ ਰਹੇ ਨੇ। ਸਾਰੀ ਧਰਤੀ ਦਾ ਭਰਮਣ ਕਰਦਿਆਂ ਰਾਵੀ ਦੇ ਕੰਢੇ ਸੋਹਣੀ ਜੀ ਜਗ੍ਹਾ ਦੇਖੀ, ਬੈਠੇ ਜਿੱਥੇ ਚਿੱਤ ਕਰਦਾ, ਮਨ ਲੱਗਦਾ, ਪਰਮਾਤਮਾ ਦੇ ਗੁਣ, ਪਰਮਾਤਮਾ ਦੇ ਰੰਗਾਂ ਵਿੱਚ ਰੰਗੇ ਹੋਏ ਮਰਦਾਨਿਆਂ ਛੇੜ ਰਬਾਬ ਬਾਣੀ ਆਈ ਹੈ। ਕੀਰਤਨ ਕਰਦੇ, ਐਸਾ ਕੀਰਤਨ ਕਰਦੇ ਪੰਛੀ ਜਾਨਵਰ ਵੀ ਕੋਲੇ ਆ ਕੇ ਬੈਠ ਜਾਂਦੇ। ਐਸਾ ਰਸ ਆਉਂਦਾ ਜਦੋਂ ਕੀਰਤਨ ਕਰਦੇ। ਰਾਵੀ ਦੇ ਕੰਢੇ ਬੈਠੇ ਗੁਰੂ ਪਿਆਰੇ, ਇੱਕ ਮਾਤਾ ਕੋਲ ਦੀ ਲੰਘਦੀ ਹੈ। ਵੇਖਦੀ ਹੈ ਕਈ ਦਿਨਾਂ ਦੇ, 2-3 ਦਿਨਾਂ ਤੋਂ ਇਹ ਫਕੀਰ, ਇਹ ਸਾਧੂ ਬੈਠੇ ਹੈ। ਇਹ ਬੜਾ ਸੋਹਣਾ ਗਾਉਂਦੇ ਹੈ। ਅੰਦਰ ਖਿੱਚ ਪੈਂਦੀ ਹੈ ਜਦੋਂ ਕੀਰਤਨ ਕਰਦੇ ਹੈ। ਅੰਦਰ ਨੂੰ ਖਿੱਚ ਪੈਂਦੀ ਹੈ, ਬੜਾ ਮਿੱਠਾ ਲੱਗਦਾ ਹੈ। ਮਾਤਾ ਖੇਤਾਂ ਵਿੱਚ ਆਪਣੇ ਪਤੀ ਦੀ ਰੋਟੀ ਲੈ ਕੇ ਜਾਂਦੀ ਹੈ ਤੇ ਰੋਜ਼ਾਨਾ ਸੁਣਦੀ। 2-3 ਦਿਨ ਬੀਤੇ, ਮਨ ਨੂੰ ਖਿੱਚ ਪਈ ਕਿ ਬੜਾ ਮਿੱਠਾ ਗਾਉਂਦੇ ਹੈ। ਪੁੱਛੀਏ ਵੀ ਕੌਣ ਹੈ, ਇੰਜ ਲੱਗਦਾ ਵੀ ਦੇਵਤੇ ਹੈ। ਬਜ਼ੁਰਗਾਂ ਤੋਂ ਸੁਣਦੇ ਸਾਂ ਵੀ ਦੇਵਤੇ ਬੜਾ ਸੋਹਣਾ ਗਾਉਂਦੇ। ਇਹ ਦੇਵਤੇ ਤੇ ਨਹੀਂ ਉਤਰਿਆ ਇਹ। ਤੇ ਗੁਰੂ ਪਿਆਰਿਓ ਕਹਿੰਦੇ ਆਪਣੇ ਪਤੀ ਦੀ ਰੋਟੀ ਲੈ ਕੇ ਗਈ ਹੈ। ਆਪਣੇ ਪਤੀ ਨੂੰ ਖੇਤ ਵਿੱਚ ਰੋਟੀ ਛਕਾਈ ਹੈ। ਆਉਂਦਿਆਂ ਹੋਇਆਂ ਮਨ ਕੀਤਾ ਆਪਾਂ ਪੁੱਛਣਾ ਕਰੀਏ ਵੀ ਕੌਣ ਹੈ। ਤੇ ਜਦੋਂ ਆਉਂਦੀ ਹੈ ਉਸ ਟਾਈਮ ਕਹਿੰਦੇ ਭਾਈ ਮਰਦਾਨਾ ਜੀ ਬੈਠੇ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਹੈ ਨਹੀਂ ਹੈ। ਪੁੱਛਣਾ ਕਰਦੀ ਹੈ ਕਿ ਮਹਾਰਾਜ ਬਾਬਾ ਜੀ, ਪਹਿਲਾਂ ਤੇ ਨਮਸਕਾਰ ਕੀਤੀ। ਆਪ ਜੀ ਬੜਾ ਸੋਹਣਾ ਗਾਉਂਦੇ ਹੋ। ਆਪ ਕੌਣ ਹੋ, ਇੰਨਾ ਮਿੱਠਾ ਗਾਉਂਦੇ ਹੋ। ਗੀਤ ਤੇ ਬੜੇ ਸੁਣੇ ਐ, ਵਿਆਹਾਂ ਸ਼ਾਦੀਆਂ ਵਿੱਚ ਵੀ ਗਏ ਆ, ਬਹੁਤ ਗਾਇਨ ਸੁਣੇ ਐ, ਪਰ ਜਿੰਨਾ ਆਨੰਦ ਆਪ ਜੀ ਦੀਆਂ ਆਵਾਜ਼ਾਂ ਵਿੱਚ ਜੋ ਆਪ ਗਾਉਂਦੇ ਹੋ ਉੱਥੋਂ ਪ੍ਰਾਪਤ ਹੁੰਦਾ, ਮਨ ਨੂੰ ਸ਼ਾਂਤੀ ਆਉਂਦੀ ਹੈ। ਇਹੋ ਜਿਹਾ ਆਨੰਦ ਕਦੇ ਨਹੀਂ ਆਇਆ, ਇਹੋ ਜਿਹੀ ਖਿੱਚ ਕਦੇ ਨਹੀਂ ਪਈ। ਤੁਸੀਂ ਕੌਣ ਹੁੰਦੇ ਹੋ? ਉਸ ਵੇਲੇ ਭਾਈ ਮਰਦਾਨਾ ਜੀ ਕਹਿੰਦੇ ਹਨ, ਕਹਿੰਦੇ ਅਸੀਂ ਵੀ ਆਮ ਇਨਸਾਨ ਹੀ ਹੁੰਦੇ ਆ, ਤੁਹਾਡੇ ਵਾਂਗ ਹੀ। ਤੁਹਾਡੇ ਵਾਂਗ ਆਮ ਇਨਸਾਨ ਹੀ ਹੁੰਦੇ ਆ। ਮੈਂ ਤੇ ਮਾਤਾ ਰਬਾਬ ਵਜਾਉਂਦਾ ਹਾਂ। ਗਾਉਣ ਵਾਲੇ ਤੇ ਸਾਡੇ ਸਤਿਗੁਰੂ ਧੰਨ ਗੁਰੂ ਨਾਨਕ ਨਿਰੰਕਾਰੀ ਜੀ ਉਹ ਗਾਉਣਾ ਕਰਦੇ ਹਨ। ਉਹਨਾਂ ਦੀ ਇੰਨੀ ਮਿੱਠੀ ਆਵਾਜ਼, ਉਹਨਾਂ ਦੇ ਇੰਨੇ ਮਿੱਠੇ ਵਿਚਾਰ, ਜਿਹਨੂੰ ਸੁਣ ਕੇ ਆਨੰਦ ਆ ਰਿਹਾ ਹੈ ਨਾ, ਤੇ ਜੇ ਤੁਸੀਂ ਉਹਦੇ ਦਰਸ਼ਨ ਕਰ ਲਵੋ ਨਿਹਾਲ ਹੋ ਜਾਓ। ਉਹਨਾਂ ਦੇ ਦਰਸ਼ਨ ਕੀਤਿਆਂ ਨਿਹਾਲ ਹੋ ਜਾਈਦਾ। ਮਾਤਾ ਪੁੱਛਦੀ ਹੈ ਕਿ 3 ਦਿਨ ਹੋ ਗਏ ਆਪ ਜੀ ਨੂੰ ਭੁੱਖ ਨਹੀਂ ਲੱਗਦੀ, ਆਪ ਜੀ ਕਿੱਥੋਂ ਛਕਦੇ ਛਕਾਉਂਦੇ ਹੋ? ਉਸ ਟਾਈਮ ਭਾਈ ਮਰਦਾਨਾ ਜੀ ਕਹਿੰਦੇ ਹਨ ਕਿ ਬੀਬੀ ਮਾਤਾ
ਜਦੋਂ ਗੁਰਬਾਣੀ ਦਾ ਰਸ ਮੇਰੇ ਮਾਲਕ ਦੇ ਵਿਚਾਰ ਜਦੋਂ ਪ੍ਰਾਪਤ ਹੋਣ ਉਦੋਂ ਤੇ ਭੁੱਖ ਲੱਗਦੀ ਹੀ ਨਹੀਂ। ਜਦੋਂ ਉਸ ਪ੍ਰਮਾਤਮਾ ਦੇ ਗੁਣ ਗਾਉਣ ਲੱਗ ਜਾਈਏ ਭੁੱਖ ਲੱਗਦੀ ਨਹੀਂ। ਸਾਨੂੰ ਭੁੱਖ ਲੱਗਦੀ ਹੈ ਤੇ ਥੋੜਾ ਬਹੁਤਾ ਅਸੀਂ ਛਕੇ ਆਉਂਦੇ ਆ, ਪਰ ਸਾਡੇ ਸਤਿਗੁਰੂ ਦੇ ਬਹੁਤਾ ਹੀ ਘੱਟ ਛਕਦੇ ਆ ਤੇ ਛਕਦੇ ਹੀ ਨਹੀਂ। ਜਿੱਥੋਂ ਮਿਲ ਜਾਂਦਾ ਕੋਈ ਛਕ ਲੈਂਦੇ ਆ, ਨਹੀਂ ਤੇ ਇਸੇ ਤਰ੍ਹਾਂ ਪ੍ਰਮਾਤਮਾ ਦੇ ਗੁਣ ਗਾਉਂਦੇ ਆ। ਗੁਰੂ ਪਿਆਰਿਓ ਕਹਿੰਦੇ ਹੌਲੀ ਹੌਲੀ ਮਾਤਾ ਵਿਚਾਰ ਕਰਦੀ ਹੋਈ ਪੁੱਛਦੀ ਹੈ ਕਿ ਜੇ ਮੈਂ ਆਪ ਜੀ ਵਾਸਤੇ ਦੁੱਧ ਲੈ ਆਵਾਂ ਤੇ ਆਪ ਜੀ ਛਕ ਲਵੋਗੇ? ਜੇ ਮੈਂ ਆਪ ਜੀ ਵਾਸਤੇ ਦੁੱਧ ਦਾ ਗੜਵਾ ਲੈ ਆਵਾਂ ਤੇ ਤੁਸੀਂ ਛਕ ਲਵੋਗੇ? ਭਾਈ ਮਰਦਾਨਾ ਜੀ ਕਹਿੰਦੇ ਸਤਿਗੁਰੂ ਜੀ ਆ ਜਾਣਗੇ, ਉਹਨਾਂ ਤੋਂ ਆਗਿਆ ਲੈ ਕੇ ਤੁਸੀਂ ਲੈ ਆਉਣਾ। ਉਹ ਛਕ ਲੈਂਦੇ ਆ, ਸਭ ਛਕ ਲੈਣਗੇ, ਸਭ ਦਾ ਛਕਦੇ ਆ। ਜੋ ਵੀ ਸੇਵਾ ਕਰਦਾ ਹੈ ਉਹਨਾਂ ਨੂੰ ਦਾਤਾਂ ਬਖਸ਼ਦੇ ਆ, ਦਾਤਾਂ। ਗੁਰੂ ਪਿਆਰਿਓ ਜਦੋਂ ਕਿਹਾ ਦਾਤਾਂ, ਇਹ ਆਪਾਂ ਵੇਖਦੇ ਹਾਂ ਵੀ ਸੰਸਾਰ ਦੇ ਵਿੱਚ ਦਾਤਾਂ ਸਭ ਨੂੰ ਪਿਆਰੀਆਂ, ਪਰ ਦਾਤੇ ਵੱਲ ਖਿਆਲ ਕਿਸੇ ਕਿਸੇ ਦਾ ਜਾਂਦਾ ਹੈ। ਦਾਤ ਪਿਆਰੀ ਸਭ ਕੋ ਵਿਸਰਿਆ ਦਾਤਾਰ। ਉਹ ਦਾਤਾਰ ਦਾਤਾਂ ਦੇਣ ਵਾਲਾ ਜਿਹੜਾ ਉਹ ਤੇ ਵਿਸਰ ਜਾਂਦਾ। ਦਾਤਾਂ ਸਭ ਨੂੰ ਪਿਆਰੀਆਂ ਲੱਗਦੀਆਂ। ਹਰ ਕੋਈ ਮੰਗਣਾ ਕਰਦਾ, ਕੋਈ ਕੁਛ ਮੰਗਦਾ, ਕੋਈ ਕੁਛ ਮੰਗਦਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਸੁਖਮਨੀ ਸਾਹਿਬ ਦੇ ਵਿੱਚ ਆਪਾਂ ਨੂੰ ਸਮਝਾਉਣਾ ਕਰਦੇ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦਗਾਵੈ। ਜੇ ਕੋ ਆਪਣੀ ਸੋਭਾ ਲੋੜੈ ਸਾਧ ਸੰਗੇ ਹੈ ਹਉਮੈ। ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ। ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ। ਕਹਿੰਦੇ ਚਾਰ ਪਦਾਰਥ ਦੁਨੀਆ ਮੰਗਦੀ ਹੈ। ਕੋਈ ਮੋਕਸ਼ ਮੰਗਦਾ ਹੈ, ਕੋਈ ਦੁਨਿਆਵੀ ਪਦਾਰਥ ਮੰਗਦਾ, ਕੋਈ ਕੁਛ ਮੰਗਦਾ, ਕੋਈ ਕੁਛ ਮੰਗਦਾ ਹੈ। ਪਰ ਕੋਈ ਐਸੇ ਵੀ ਹੁੰਦੇ ਆ ਜਿਹੜੇ ਉਹਦਾ ਦਰਸ਼ਨ ਮੰਗਦੇ ਆ, ਸੱਚਾ ਗਿਆਨ ਮੰਗਦੇ ਆ, ਜੀਵਨ ਦੀ ਸੋਝੀ ਮੰਗਦੇ ਆ। ਤੇ ਸਤਿਗੁਰੂ ਕਹਿੰਦੇ ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਆ ਜਿਹੜੇ ਪ੍ਰਮਾਤਮਾ ਦਾ ਦਰਸ਼ਨ ਮੰਗਦੇ ਆ, ਕਿ ਸਾਨੂੰ ਹਰ ਥਾਂ ਤੋਂ ਪ੍ਰਮਾਤਮਾ ਦਾ ਦਰਸ਼ਨ ਹੋਵੇ। ਤੇ ਉਸ ਵੇਲੇ ਗੁਰੂ ਪਿਆਰਿਓ ਕਹਿੰਦੇ ਜਦੋਂ ਦਾਤ ਦੀ ਗੱਲ ਕੀਤੀ ਵੀ ਦਾਤਾਂ ਦਿੰਦੇ ਆ, ਪਤਾ ਨਹੀਂ ਮਨ ਦੇ ਵਿੱਚ ਦਾਤਾਂ ਦੀ ਵਿਚਾਰ ਸੀ ਜਾਂ ਨਹੀਂ, ਪਰ ਗੁਰਬਾਣੀ ਦੀ ਬੜੀ ਖਿੱਚ ਸੀ, ਸੱਚੇ ਨਾਮ ਦੀ ਬੜੀ ਖਿੱਚ ਪੈ ਗਈ ਜਦੋਂ ਗੁਰਬਾਣੀ ਨੂੰ ਸੁਣਿਆ, ਕੀਰਤਨ ਸੁਣਿਆ ਮਾਤਾ ਨੇ। ਤੇ ਘਰ ਦੇ ਵਿੱਚ ਔਲਾਦ ਵੀ ਨਹੀਂ ਸੀ, ਪੁੱਤਰ ਵੀ ਨਹੀਂ ਸੀ, ਧੀ ਵੀ ਨਹੀਂ ਸੀ। ਸਤਿਗੁਰੂ ਤੇ ਸਭ ਦੇ ਖਜ਼ਾਨੇ ਭਰਪੂਰ ਕਰਦੇ ਐ। ਸਤਿਗੁਰਾਂ ਦੇ ਘਰ ਦੇ ਵਿੱਚ ਤੇ ਕੋਈ ਤੋੜ ਨਹੀਂ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਦਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਭਾਵੇ। ਗੁਰੂ ਪਿਆਰਿਓ ਉਸ ਵੇਲੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਮਾਤਾ ਨੇ ਬੇਨਤੀ ਕੀਤੀ, ਸਤਿਗੁਰਾਂ ਨੂੰ ਮਿਲ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ, ਸਤਿਗੁਰਾਂ ਦੀਆਂ ਵਿਚਾਰਾਂ ਸੁਣੀਆਂ ਤੇ ਫਿਰ ਬੇਨਤੀ ਕੀਤੀ ਕਿ ਸਤਿਗੁਰੂ ਜੀ ਜੇ ਮੈਂ ਆਪ ਜੀ ਵਾਸਤੇ ਦੁੱਧ ਦਾ ਕੜਵਾ ਲੈ ਕੇ ਆਵਾਂ ਗਰਮ ਕਰਕੇ ਤੇ ਛਕ ਸਕੋਗੇ, ਛਕ ਲਵੋਗੇ? ਸਤਿਗੁਰੂ ਕਹਿੰਦੇ ਮਾਤਾ ਬੀਬੀ ਸੇਵਾ ਜੋ ਕਰੇਗੀ ਤੇਰੀ ਸੇਵਾ ਮਨਜ਼ੂਰ ਹੋਏਗੀ। ਕਿਉਂਕਿ ਪੁਰਾਤਨ ਸਾਧੂ ਐਸੇ ਵੀ ਹੁੰਦੇ ਸਨ ਜਿਹੜੇ ਲੱਕੜਾਂ ਧੋ ਧੋ ਕੇ ਪ੍ਰਸ਼ਾਦਾ ਤਿਆਰ ਕਰਦੇ, ਜਿਹੜੇ ਬੜੀਆਂ ਸੁਚਮਾਂ ਨੂੰ ਪਰਖਦੇ, ਕਿਸੇ ਦੇ ਹੱਥ ਦਾ ਵੀ ਨਹੀਂ ਸਨ ਖਾਂਦੇ। ਉਹ ਵੀ ਮਨ ਦੇ ਵਿੱਚ ਵਹਿਮ ਸੀ, ਉਹ ਵਹਿਮ ਤੇ ਨਿਕਲ ਗਿਆ। ਸਤਿਗੁਰੂ ਕਹਿੰਦੇ ਬੀਬੀ ਜੇ ਲੈ ਕੇ ਆਏਗੀ ਤੇ ਛਕ ਲਵਾਂਗੇ।
ਤੇ ਗੁਰੂ ਪਿਆਰੇ ਉਸੇ ਤਰ੍ਹਾਂ ਹੀ ਹੋਇਆ। ਕਹਿੰਦੇ ਬੀਬੀ ਘਰ ਗਈ, ਦੁੱਧ ਦਾ ਗੜਵਾ ਤਿਆਰ ਕੀਤਾ, ਬਰਤਨ ਤਿਆਰ ਕੀਤੇ, ਬਰਤਨ ਤਿਆਰ ਕਰਕੇ ਫਿਰ ਸਤਿਗੁਰਾਂ ਦੀ ਸੇਵਾ ਵਿੱਚ ਲੱਗ ਗਏ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਭਾਈ ਬਾਲਾ ਜੀ, ਭਾਈ ਮਰਦਾਨਾ ਜੀ, ਤਿੰਨੋਂ ਜਣੇ ਬੈਠੇ ਨੇ ਅਤੇ ਮਾਤਾ ਲੈ ਆਈ ਗਰਮ ਦੁੱਧ ਕਰਕੇ, ਨਾਲ ਸ਼ੱਕਰ ਵੀ ਲਿਆਂਦੀ। ਤੇ ਸਤਿਗੁਰੂ ਕਹਿੰਦੇ ਭਾਈ ਇਹਨਾਂ ਨੂੰ 4 ਬਰਤਨਾਂ ਵਿੱਚ ਪਾ ਲਵੋ, 4 ਬਰਤਨਾਂ ਵਿੱਚ ਪਾਵੋ। ਸਤਿਗੁਰੂ ਜੀ ਤੁਸੀਂ 3 ਜਾਣੇ ਹੋ, ਇਹ ਭਾਈ ਸਤਿਗੁਰੂ ਦਾ ਘਰ ਹੈ, ਇੱਥੇ ਵੰਡ ਕੇ ਛਕਣਾ ਹੀ ਹੁੰਦਾ ਹੈ। 4 ਬਰਤਨਾਂ ਵਿੱਚ ਪਾਵੋ, ਇੱਕ ਆਪ ਵੀ ਹੋ ਤੁਸੀਂ ਨਾਲ। ਸਤਿਗੁਰਾਂ ਦਾ ਉਪਦੇਸ਼, ਨਾਮ ਜਪਣਾ, ਕਿਰਤ ਕਰਨੀ ਤੇ ਵੰਡ ਕੇ ਛਕਣਾ। ਤੇ ਗੁਰੂ ਪਿਆਰਿਓ ਕਹਿੰਦੇ ਫਿਰ 4 ਬਰਤਨਾਂ ਵਿੱਚ ਪਾ ਕੇ ਛਕਿਆ। ਸਤਿਗੁਰਾਂ ਦੀਆਂ ਵਿਚਾਰਾਂ ਸੁਣੀਆਂ, ਕੀਰਤਨ ਸੁਣਿਆ। ਬੀਬੀ ਸੇਵਾ ਕੀਤੀ ਆ, ਮੰਗ ਕੀ ਮੰਗਣਾ ਹੈ? ਸੇਵਾ ਕੀਤੀ ਹੈ, ਮੰਗ ਕੀ ਮੰਗਣਾ ਹੈ? ਫਿਰ ਗੁਰੂ ਪਿਆਰਿਓ ਦਾਤਾਂ ਭੁੱਲ ਗਈਆਂ। ਸਤਿਗੁਰੂ ਆਪ ਜੀ ਦੇ ਚਰਨਾਂ ਵਿੱਚ ਬੈਠ ਕੇ ਜੋ ਵਾਹਿਗੁਰੂ ਵਾਹਿਗੁਰੂ ਜਪਿਆ ਹੈ, ਬੜਾ ਆਨੰਦ ਆਇਆ ਜੋ ਆਪਨੇ ਜਪਾਇਆ ਹੈ। आपने शब्द दे लड़ लाया है, जो सिक्ख्या दिती है। बस हुण इसे तरह ही आनंद बनिया रहे मेरे ते, ये बख्शिश कर देगा, होर नहीं कुछ मंगिया। पूर्वला कर्म जागिया, सतगुरां दा मेल होया। पूर्व कर्म अंकर जब प्रगटे भेटियो पुरख, रसक वैरागी मिटियो अंधेर मिलता हर नानक जन्म जन्म की हुई जागी। मंगण दा भी चज आ गया भी की मंगना है, क्योंकि जदों दाता आ गया, दाता ते अपने आप आ जाणगियां। मांगो दान ठाकुर नाम, अवर किशु मेरे संग नहीं चाले, मिले कृपा गुण गान। समझ लै ली, सिक्ख्या लै ली। थोड़े दिन होए है गुरबाणी दे नाल जुड़िया ते समझ आ गई, सिक्ख्या आ गई भी मंगना भी की है। सतगुरु ये रस हमेशा बनिया रवे, ये आनंद बनिया रवे। मैं वाहिगुरू वाहिगुरू जपदी रहा, मेरे ते ये बख्शिश कर देगा। फिर हुण गुरु प्यारे रोजाना इसे तरह ही बीबी दे घर वाला भाई दोधा, जिसका नाम वो खेतों में काम करता है, घरों सारा काम जल्दी जल्दी करती है, काम कार करके प्रशादा तैयार करके नाले ते अपने पति का प्रशादा लैके जाती है खेत। उत्थे रोटी फड़ा के उस तो बाद दुध गर्म करके फिर सतगुरां दी सेवा विच जाती है रोजाना। जदों सतगुरां दी सेवा विच रोजाना जाती है तो पहला समा बेअर्थ बीतदा सी, क्योंकि रोटी फड़ा के आ जाना, फिर आंडना गवंडना कट्ठियां हो जाना, सखियां सहेलियां बैठ के गप्पां मारनियां, चुगलियां करनियां, एवें समा बिताउणा। हुण गुरु प्यारे कहंदे ओ समा सी जिहड़ा ओ ते सिमरन करदी है, पर ਜਿਹੜੀਆਂ बीबियां भैणां आंडना गवंडना रोजाना ਉਹਦੇ ਨਾਲ बैठ के गल्लां करिया करदियां सन। रोज उसे तरह समा लंघदा सी निंदिया चुगली दे विच। हुण ਉਹ आपसी दे विचार करदियां भी, कहंदे ਉਹ भैण क्यों नहीं आ रही भाई दोजे दे घर वाली, वो नहीं आ रही, पता नहीं की कारे लगी है। हौली हौली पता लग्या भी बाहर साधु आए हैं ते उत्ते उन्हां दी उत्थे सेवा करदी है ते वाहिगुरू वाहिगुरू जपदी है। ते गुरु प्यारे वेखदे हैं आपां संसार दे विच हुंदा इसे तरह, सच दे रस्ते ते तुरदियां नूं दुनिया छड्डदी नहीं, निंदिया चुगली करनों नहीं हटदी। ये बीबियां ने ते करता काम शुरू अपना कि भाई दोधा ते खेतां दे विच वाही करदा है, पर वो बीबी कहंदे वो साधुआं दे संगत करदी है। उत्थे
ਚੁਗਲੀ ਸ਼ੁਰੂ ਕਰਤੀ। ਹੌਲੀ ਹੌਲੀ ਇਸੇ ਤਰ੍ਹਾਂ ਹੀ ਘਰਾਂ ਦੇ ਵਿੱਚ ਜਦੋਂ ਗੱਲਾਂ ਹੋਈਆਂ ਤੇ ਚਲਦਿਆਂ ਚਲਦਿਆਂ ਵੀਰਾਂ ਕੋਲੇ ਪਹੁੰਚ ਗਈਆਂ ਗੱਲਾਂ। ਪਹਿਲਾਂ ਬੀਬੀਆਂ ਦੇ ਵਿੱਚ ਸੀ, ਫਿਰ ਪੁਰਖਾਂ ਦੇ ਵਿੱਚ ਹੋਣ ਲੱਗ ਗਈਆਂ। ਫਿਰ ਅੱਗੇ ਚਲਦੀ ਚਲਦੀ ਚੁਗਲੀ ਗੁਰੂ ਪਿਆਰੇ ਕਹਿੰਦੇ ਭਾਈ ਦੋਦੇ ਕੋਲੇ ਪਹੁੰਚ ਗਈ। ਉੱਥੇ ਜਾ ਕੇ ਫਿਰ ਕਿਸੇ ਨੇ ਭਾਈ ਦੋਦੇ ਨੂੰ ਕਿਹਾ, ਕਹਿੰਦੇ ਭਾਈ ਦੋਦਿਆ ਸੁੱਤਾ ਹੀ ਪਿਆ? ਕਹਿੰਦਾ ਕੀ ਗੱਲ ਹੋ ਗਈ? ਕਹਿਣ ਲੱਗੇ ਤੇਰੇ ਘਰ ਵਾਲੀ ਬੀਬੀ ਪਤਾ ਹੀ ਨਹੀਂ ਕਿੱਥੇ ਜਾਂਦੀ ਹੈ, ਪਤਾ ਹੀ ਨਹੀਂ ਕਿੱਥੇ ਰਹਿੰਦੀ ਹੈ। ਤੂੰ ਤੇ ਖੇਤਾਂ ਵਿੱਚ ਹੁੰਨਾ, ਤੇ ਘਰ ਨੂੰ ਤਾਲਾ ਲੱਗਿਆ ਹੁੰਦਾ, ਬੂਹਾ ਲੱਗਿਆ ਹੁੰਦਾ, ਘਰੇ ਤੇ ਹੁੰਦੀ ਹੀ ਨਹੀਂ। ਤੇ ਗੁਰੂ ਪਿਆਰਿਓ ਕਹਿੰਦੇ ਭਾਈ ਦੋਦਾ ਜਿਸ ਨੂੰ ਵਿਸ਼ਵਾਸ ਆਪਣੀ ਘਰ ਵਾਲੀ ਬੀਬੀ ਤੇ ਵਿਸ਼ਵਾਸ ਹੋਣਾ ਵੀ ਚਾਹੀਦਾ। ਉਹ ਕਹਿਣ ਲੱਗਾ ਕੋਈ ਚੰਗੇ ਕੰਮ ਹੀ ਜਾਂਦੀ ਹੋਣੀ ਹੈ, ਉਹ ਐਸੀ ਤੇ ਹੈ ਨਹੀਂ ਕਿਸੇ ਗਲਤ ਜਗ੍ਹਾ ਤੇ ਜਾਂਦੀ ਹੋਵੇ। ਪਰ ਗੁਰੂ ਪਿਆਰਿਓ ਕਹਿੰਦੇ ਚੁਗਲੀ ਕਰਨ ਵਾਲੇ ਤੇ ਵਧਾ ਘਟਾ ਕੇ ਗੱਲਾਂ ਕਰਦੇ ਆ। ਉਹਨਾਂ ਨੇ ਤੇ ਬੜੀਆਂ ਕੀਤੀਆਂ, ਪਰ ਉਹ ਕਹਿਣ ਲੱਗਾ ਨਹੀਂ ਚਲੋ ਠੀਕ ਹੈ, ਮੈਂ ਆਪਣੇ ਆਪ ਵੇਖ ਲਵਾਂਗਾ, ਕੋਈ ਗੱਲ ਨਹੀਂ, ਵੀ ਤੁਹਾਨੂੰ ਕਾਹਦਾ ਫਿਕਰ। ਦੁਨੀਆ ਨੇ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਵੀ ਨਹੀਂ ਛੱਡਿਆ, ਸਤਿਗੁਰਾਂ ਨੂੰ ਵੀ ਕਹਿ ਦਿੱਤਾ ਸੀ ਭੂਤਨਾ ਬੇਤਾਲਾ। ਤੇ ਗੁਰੂ ਪਿਆਰਿਓ ਬੀਬੀ ਉਸੇ ਤਰ੍ਹਾਂ ਹੀ ਰੋਜ਼ ਰੋਜ਼ਾਨਾ ਰੋਟੀ ਲੈ ਕੇ ਜਾਂਦੀ ਹੈ, ਸਤਿਗੁਰਾਂ ਦੀ ਸੇਵਾ ਕਰਦੀ ਹੈ। ਸੇਵਾ ਸੌਖੀ ਨਹੀਂ ਮਿਲ ਜਾਂਦੀ, ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੈ। ਆਏ ਜੰਮਣ ਮਰਨਾ ਮਿਟ ਗਿਆ, ਕਾਲ ਕਾ ਕਿਸ਼ਨਾ ਸਾਏ। ਹੁਣ ਕੋਈ ਸੱਚ ਪਾਸੇ ਜਾਂਦਾ ਹੋਵੇ, ਦੁਨੀਆ ਦੀ ਦ੍ਰਿਸ਼ਟੀ ਐਸੀ ਹੁੰਦੀ ਹੈ, ਜਿਸ ਤਰ੍ਹਾਂ ਕਹਿੰਦੇ ਦੁਆਪਰ ਯੁੱਗ ਦੇ ਅਵਤਾਰ ਕ੍ਰਿਸ਼ਨ ਜੀ ਨੇ ਕਿਹਾ ਸੀ ਦੁਰਯੋਧਨ ਨੂੰ, ਅਤੇ ਨਾਲ ਹੀ ਯੁਧਿਸ਼ਟਰ ਨੂੰ ਕਹਿ ਦਿੱਤਾ ਕਿ ਯੁਧਿਸ਼ਟਰ ਕੋਈ ਮਾੜਾ ਇਨਸਾਨ ਲੱਭ ਕੇ ਲਿਆ। ਦੁਰਯੋਧਨ ਨੂੰ ਕਹਿ ਦਿੱਤਾ ਕੋਈ ਚੰਗਾ ਲੱਭ ਕੇ ਲਿਆ। ਤੇ ਹੁਣ ਉਹ ਦੋਨੋਂ ਜਣੇ ਗਏ, ਸ਼ਾਮ ਪੈ ਗਈ। ਸ਼ਾਮ ਨੂੰ ਜਦੋਂ ਆਏ ਨਾ ਦੋਨੋਂ ਜਣੇ, ਯੁਧਿਸ਼ਟਰ ਨੂੰ ਪੁੱਛਿਆ ਗਿਆ ਕਿ ਲੈ ਕੇ ਨਹੀਂ ਆਇਆ, ਵੀ ਤੈਨੂੰ ਕਿਹਾ ਸੀ ਕੋਈ ਮਾੜਾ ਇਨਸਾਨ ਲੈ ਕੇ ਆ। ਉਹ ਕਹਿਣ ਲੱਗਾ ਜੀ ਮੈਨੂੰ ਤੇ ਮਾੜਾ ਕੋਈ ਦਿਸਿਆ ਹੀ ਨਹੀਂ, ਕਿਉਂਕਿ ਦ੍ਰਿਸ਼ਟੀ ਐਸੀ ਸੀ, ਆਪਣੀ ਸੋਚ ਐਸੀ ਸੀ। ਆਪਾਂ ਸ਼ਬਦ ਵੀ ਪੜਿਆ ਹੁਣੇ ਕਿ ਹਮਨੇ ਚੰਗੇ ਬੁਰਾ ਨੇ ਕੋਏ ਪ੍ਰਣਵਤ ਨਾਨਕ ਤਾਰੇ ਸੋਏ। ਇੱਕ ਤੇ ਇਹ ਸੋਚ ਕਬੀਰ ਸਭ ਤੇ ਹਮਰੇ ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਇੱਕ ਯੁਧਿਸ਼ਟਰ ਦੀ ਸੋਚ ਕਹਿੰਦੇ ਵੀ ਚੰਗਾ ਨਹੀਂ ਲਿਆ ਭਾਈ ਲੱਭ ਕੇ। ਉਹ ਕਹਿਣ ਲੱਗਾ ਜੀ ਚੰਗਾ ਮੈਨੂੰ ਕੋਈ ਦਿਸਿਆ ਹੀ ਨਹੀਂ, ਕਿਉਂਕਿ ਆਪ ਦੇ ਅੰਦਰ ਚੰਗਿਆਈ ਹੈ ਹੀ ਕੋਈ ਨਹੀਂ ਸੀ, ਆਪ ਦੇ ਅੰਦਰ ਚੰਗਿਆਈ ਹੈ ਹੀ ਕੋਈ ਨਹੀਂ। ਤੇ ਇਸੇ ਤਰ੍ਹਾਂ ਦੁਨੀਆ ਦਾ ਹਾਲ ਹੁੰਦਾ। ਗੁਰੂ ਪਿਆਰਿਓ ਕਹਿੰਦੇ ਗੁਲਾਬ ਦਾ ਫੁੱਲ ਵੇਖ ਵੇਖ ਕੇ ਬੁਲਬੁਲ ਤੇ ਗੀਤ ਗਾਉਂਦੀ ਹੈ, ਪਰ ਬੱਕਰੀ ਦੇ ਲਈ ਤੇ ਉਹ ਘਾਹ ਹੁੰਦਾ ਹੈ। ਬੱਕਰੀ ਤੇ ਉਹਨੂੰ ਘਾਹ ਹੀ ਸਮਝਦੀ ਹੈ ਵੀ ਇਹ ਘਾਹ ਸੀ ਹੈ। ਆਪਣੀ ਆਪਣੀ ਸੋਚ, ਆਪਣੀ ਆਪਣੀ ਦ੍ਰਿਸ਼ਟੀ। ਤੇ ਸਾਧ ਸੰਗਤ ਬੀਬੀ ਸੇਵਾ ਕਰਦੀ ਹੈ, ਸੇਵਾ ਕਰਮਾਂ ਵਾਲਿਆਂ ਨੂੰ ਮਿਲਦੀ ਹੈ, ਭਾਗਾਂ ਵਾਲਿਆਂ ਨੂੰ ਮਿਲਦੀ ਹੈ। ਸੇਵਾ ਗੁਰਦੇਵ ਦੀ ਕਰਦੇ ਨੇ ਕਰਮਾਂ ਵਾਲੇ, ਸੇਵਾ ਗੁਰਦੇਵ ਦੀ ਕਰਦੇ ਨੇ ਭਾਗਾਂ ਵਾਲੇ, ਸੇਵਾ ਗੁਰਦੇਵ ਦੀ ਕਰਦੇ ਨੇ ਕਰਮਾਂ ਵਾਲੇ, ਸੇਵਾ ਗੁਰਦੇਵ ਦੀ ਕਰਦੇ ਨੇ ਭਾਗਾਂ ਵਾਲੇ, ਸੇਵਾ ਗੁਰਦੇਵ ਦੀ ਕਰਦੇ ਨੇ ਭਾਗਾਂ
ਭਾਈ ਦੋਦੇ ਨੂੰ ਜਦੋਂ ਭਰ ਦਿੱਤਾ ਕਿ ਪਤਾ ਨਹੀਂ ਬੀਬੀ ਕਿੱਧਰ ਜਾਂਦੀ ਹੈ, ਉਹ ਕਹਿਣ ਲੱਗਾ ਕੋਈ ਗੱਲ ਨਹੀਂ, ਮੈਂ ਆਪ ਦੇਖ ਲਵਾਂਗਾ। ਅੱਜ ਕਹਿੰਦੇ ਉਸੇ ਤਰ੍ਹਾਂ ਹੀ ਬੀਬੀ ਨੇ ਨਾਲ ਹੀ ਦੁੱਧ ਦਾ ਗੜਵਾ ਤਿਆਰ ਕਰ ਲਿਆ, ਪ੍ਰਸ਼ਾਦਾ ਆਪਣੇ ਪਤੀ ਦਾ ਖੇਤ ਲੈ ਕੇ ਗਈ, ਪ੍ਰਸ਼ਾਦਾ ਛਕਾਇਆ ਤੇ ਵਾਪਸ ਚੱਲ ਪਈ ਸੇਵਾ ਕਰਨ ਲਈ। ਭਾਈ ਦੋਦੇ ਨੇ ਗੁਰੂ ਪਿਆਰੇ ਉੱਥੋਂ ਹੀ ਡਾਂਗ ਚੱਕ ਲਈ, ਪਿੱਛੇ ਤੁਰ ਪਿਆ ਕਿ ਵੇਖਾਂ ਤੇ ਸਰੀ ਕਿ ਕਿੱਥੇ ਜਾਂਦੀ ਆ। ਜਦੋਂ ਵੇਖਿਆ ਪਿੱਛੇ ਪਿੱਛੇ ਤੁਰਿਆ ਆਇਆ, ਬੀਬੀ ਨੂੰ ਕੋਈ ਪਤਾ ਨਹੀਂ। ਬੀਬੀ ਆਈ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ, ਸਤਿਗੁਰੂ ਦੇ ਚਰਨਾਂ ਦੇ ਵਿੱਚ ਲਿਆ ਕੇ ਦੁੱਧ ਦਾ ਗੜਵਾ ਰੱਖਿਆ ਤੇ ਅੱਜ ਗੁਰੂ ਪਿਆਰੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਬੀਬੀ ਅੱਜ ਕਹਿੰਦੇ ਪੰਜ ਬਰਤਨਾਂ ਵਿੱਚ ਪਾ ਲੈ, 5 ਬਰਤਨਾਂ ਵਿੱਚ ਪਾ ਲਓ ਦੁੱਧ। ਰੋਜ਼ ਤੇ 4 ਵਿੱਚ ਪਾਇਆ ਜਾਂਦਾ ਸੀ, ਅੱਜ ਕਹਿੰਦੇ 5 ਵਿੱਚ ਪਾ ਲਓ। ਉਹ ਕਹਿਣ ਲੱਗੀ ਕਿ ਸਤਿਗੁਰੂ ਜੀ 5ਵਾਂ ਕੌਣ, ਆਪਾਂ ਤੇ 4 ਜਣੇ ਆ। ਉਹ ਕਹਿਣ ਲੱਗੇ, ਬੀਬੀ ਉਹ ਝਾੜੀ ਦੀ ਬੋਲੇ ਆਪ ਹੀ ਆਵਾਜ਼ ਮਾਰ ਲਈ, 5 ਦੇ 5 ਬਰਤਨਾਂ ਦੇ ਵਿੱਚ ਦੁੱਧ ਪਾ ਕੇ ਤੇਰੇ 5 ਮੈਨੂੰ ਆਪ ਆਵਾਜ਼ ਮਾਰ ਲਿਆ। ਉਸ ਵੇਲੇ ਗੁਰੂ ਪਿਆਰਿਓ ਭਾਈ ਦੋਦਾ ਪਿੱਛੇ ਪਿੱਛੇ ਆ ਰਿਹਾ ਸੀ ਨਾ, ਵੇਖਦਾ ਕਿ ਕਿੱਥੇ ਜਾਂਦੀ ਹੈ। ਵੇਖਿਆ ਪਹਿਲਾਂ ਤੇ ਇਹਦੇ ਸਾਧੂ ਬੈਠੇ, ਚੰਗੀ ਜਗ੍ਹਾ ਤੇ ਹੀ ਆਈ ਹੈ ਤੇ ਝਾੜੀ ਉੱਤੇ ਲੁਕ ਗਿਆ ਵੀ ਇਹਨੂੰ ਪਤਾ ਨਾ ਲੱਗ ਜਾਏ, ਜੋ ਮਨ ਦੇ ਵਿੱਚ ਪਤਾ ਨਹੀਂ ਕੀ ਹੋਣਾ ਉਸ ਟਾਈਮ। ਤੇ ਗੁਰੂ ਪਿਆਰੇ ਕਹਿੰਦੇ ਬੀਬੀ ਜਦੋਂ ਆਵਾਜ਼ ਮਾਰਨ ਵਾਸਤੇ ਗਈ ਕਿ ਝਾੜੀ ਉਹਨੇ ਕੌਣ ਵੇਖਿਆ ਤੇ ਆਪਣਾ ਹੀ ਪਤੀ, ਫਿਰ ਆਵਾਜ਼ ਦਿੰਦੀ ਹੈ ਕਿ ਤੁਸੀਂ ਆ ਜਾਓ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੀਆਂ ਵਿਚਾਰਾਂ ਸੁਣੋ। ਉਹ ਡੁੱਬਦਿਆਂ ਨੂੰ ਤਾਰਨ ਵਾਲੇ, ਤੁਸੀਂ ਮੇਰੇ ਪਿੱਛੇ ਆਏ ਹੋ। ਹਰ ਗੁਰੂ ਪਿਆਰਿਓ ਕਹਿੰਦੇ ਕਿਉਂਕਿ ਲੁਕਦਾ ਆਇਆ ਸੀ, ਆ ਨਹੀਂ ਰਿਹਾ ਅੱਗੇ ਨੂੰ। ਉਸ ਵੇਲੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਵਾਜ਼ ਮਾਰਦੇ ਆ, ਆਵਾਜ਼ਾਂ ਆਪਾਂ ਨੂੰ ਵੀ ਮਾਰਦੇ ਆ, ਰੋਜ਼ ਮਾਰਦੇ ਆ। ਆਪਾਂ ਅਣਗਹਿਲੀ ਕਰ ਦਿੰਦੇ ਆ, ਸੁਣਦੇ ਨਹੀਂ। ਸਤਿਗੁਰੂ ਤੇ ਅੰਮ੍ਰਿਤ ਵੇਲੇ ਆਵਾਜ਼ਾਂ ਮਾਰਦੇ ਆ, ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ। ਗੁਰੂ ਤੀਜੇ ਪਾਤਸ਼ਾਹ ਜੀ ਆਵਾਜ਼ ਮਾਰਦੇ ਆ, ਆਪੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਆਵਾਜ਼ਾਂ ਮਾਰਦੇ ਆ ਸਤਿਗੁਰੂ। ਜਦੋਂ ਗੁਰੂ ਘਰੋਂ ਗ੍ਰੰਥੀ ਸਾਹਿਬਾਨ ਅੰਮ੍ਰਿਤ ਵੇਲੇ ਆਵਾਜ਼ ਲਾਉਂਦੇ ਆ, ਗੁਰਬਾਣੀ ਦੀ ਆਵਾਜ਼ ਆਉਂਦੀ ਹੈ, ਉਹ ਗ੍ਰੰਥੀ ਸਾਹਿਬਾਨ ਦੀ ਆਵਾਜ਼ ਨਹੀਂ, ਉਹ ਤੇ ਸਤਿਗੁਰਾਂ ਦੀ ਆਵਾਜ਼ ਹੁੰਦੀ ਹੈ ਵੀ ਗੁਰੂ ਦੇ ਪਿਆਰਿਆ ਆ ਅੰਮ੍ਰਿਤ ਵੇਲਾ ਹੋ ਗਿਆ, ਗੁਰੂ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ। ਉਸ ਵੇਲੇ ਆਪਣੇ ਪਤੀ ਨੂੰ ਕਹਿੰਦੀ ਹੈ, ਆ ਮਾੜੇ ਕਰਮ ਹੈ ਜਿਹੜੇ, ਜਨਮਾਂ ਜਨਮਾਂਤਰਾਂ ਦੇ ਪਾਪ ਮਿਟ ਜਾਣਗੇ, ਆ ਸਤਿਗੁਰੂ ਦੇ ਦਰਸ਼ਨ ਕਰੀਏ। ਸਤਿਗੁਰੂ ਆਵਾਜ਼ਾਂ ਮਾਰਦੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਵਾਜ਼ ਦਿੱਤੀ, ਆ ਜਾ ਭਾਈ, ਤੂੰ ਕਾਹਨੂੰ ਲੁਕਿਆ ਬੈਠਾ ਹੈ, ਆ ਜਾ। ਤੇ ਗੁਰੂ ਪਿਆਰਿਓ ਕਹਿੰਦੇ ਉਸ ਵੇਲੇ ਫਿਰ ਆ ਗਿਆ, ਕਹਿੰਦੇ ਦੁੱਧ ਛਕ ਲੈ। ਤੇ ਉਸ ਵੇਲੇ ਪਤਾ ਕੀ ਕਹਿੰਦਾ ਹੈ, ਮਨ ਦੇ ਵਿੱਚ ਇਹੋ ਜਿਹਾ ਖਿਆਲ, ਕਿਉਂਕਿ ਸਤਸੰਗਤ ਨਹੀਂ ਸੀ ਕੀਤੀ, ਸੰਗਤ ਨਹੀਂ ਕੀਤੀ, ਕਹਿਣ ਲੱਗਾ ਜੀ ਅਸੀਂ ਇਹ ਰੋਜ਼ ਛਕਦੇ ਆ, ਤੁਸੀਂ ਕਦੇ ਕਦੇ ਛਕਦੇ ਹੋਵੋਗੇ, ਤੁਸੀਂ ਛਕ ਲਓ, ਤੁਸੀਂ ਛਕੋ, ਅਸੀਂ ਤੇ ਰੋਜ਼ ਹੀ ਛਕਦੇ ਆ, ਸਾਡੇ ਘਰ ਦਾ ਦੁੱਧ ਬਹੁਤ ਹੈ, ਤੁਸੀਂ ਛਕੋ। ਸਤਿਗੁਰੂ ਕਹਿੰਦੇ ਨਹੀਂ ਭਾਈ ਛਕ ਲੈ, ਇਹ ਕਰਤਾਰ ਦੇ ਘਰ ਦਾ ਦੁੱਧ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਇਹ ਕਰਤਾਰ ਦੇ ਘਰ ਦਾ ਦੁੱਧ ਹੈ, ਛਕ ਲੈ। ਕਹਿਣ ਲੱਗਾ ਜੀ ਇਹ ਕਰਤਾਰ ਦੇ ਘਰ ਦਾ ਦੁੱਧ ਨਹੀਂ, ਮੈਨੂੰ ਪਤਾ ਹੈ, ਕਿਉਂਕਿ ਗਵਾਂਢੀ ਸੀ ਕਰਤਾਰ ਸਿੰਘ,
ਕਰਤਾਰ ਸਿੰਘ ਗਵਾਂਢੀ ਸੀ, ਨਾਲ ਉਹਨਾਂ ਦੇ ਮੱਝਾਂ ਨਹੀਂ ਸੀ। ਉਹਨੂੰ ਪਤਾ ਨਹੀਂ ਵੀ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਕਿਹੜੇ ਕਰਤਾਰ ਦੀ ਗੱਲ ਕਰਦੇ ਆ। ਕਹਿਣ ਲੱਗੇ ਜੀ ਇਹ ਕਰਤਾਰ ਦੇ ਘਰ ਦਾ ਦੁੱਧ ਨਹੀਂ, ਇਹ ਦੁੱਧ ਤੇ ਹੈ ਮੇਰੇ ਘਰ ਦਾ, ਤੁਸੀਂ ਛਕ ਲਵੋ। ਤੁਸੀਂ ਕਹਿੰਦੇ ਹੋ ਕਰਤਾਰ ਦੇ ਘਰ ਦਾ, ਉਹਨਾਂ ਦੀ ਤੇ ਮੱਝਾਂ ਹੀ ਹੈ ਨਹੀਂ। ਗੁਰੂ ਪਿਆਰੇ ਉਸ ਵੇਲੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਭਾਈ ਇਹ ਦੁੱਧ ਹੈ ਕਰਤਾਰ ਦੇ ਘਰ ਦਾ, ਜੇ ਤੂੰ ਨਹੀਂ ਛਕਣਾ ਨਾ ਤਾਂ ਐ ਕਰ, ਅਸੀਂ ਤੇ ਹਾਂ ਛਕਦੇ। ਆ ਗੜਬਾ ਜਿਹੜਾ ਇਹ ਰਾਵੀ ਤੋਂ ਪਾਣੀ ਦਾ ਭਰ ਕੇ ਲਿਆ, ਧੋ ਕੇ ਅਸੀਂ ਸੁੱਚੇ ਹੱਥ ਕਰਨੇ ਆ। ਤੇ ਗੁਰੂ ਪਿਆਰੇ ਉਸ ਵੇਲੇ ਕਹਿੰਦੇ ਰਾਵੀ ਤੇ ਗਿਆ ਪਾਣੀ ਲੈਣ ਵਾਸਤੇ, ਕਿਉਂਕਿ ਮਨ ਦੇ ਵਿੱਚ ਹਜੇ ਵੀ ਉਹ ਖਿਆਲ ਸੀ, ਗਿਆਨ ਨਹੀਂ ਸੀ ਕਿ ਮੇਰੇ ਘਰ ਦਾ ਦੁੱਧ ਹੈ। ਤੇ ਆਪਾਂ ਵੀ ਗੁਰੂ ਘਰਾਂ ਦੇ ਵਿੱਚ ਸਾਧ ਸੰਗਤ ਭੇਟਾ ਕਰਦੇ ਆ, ਜੋ ਕੁਝ ਵੀ ਸੇਵਾ ਕਰਦੇ ਆ, ਤੇ ਮਨ ਦੇ ਵਿੱਚ ਖਿਆਲ ਜੇ ਸਾਡੇ ਪਿੱਛੇ ਇਹੋ ਹੀ ਰਿਹਾ ਨਾ ਕਿ ਆ ਫਲਾਨੀ ਚੀਜ਼ ਅਸੀਂ ਭੇਟਾ ਕੀਤੀ ਸੀ, ਅਸੀਂ ਆ ਇੱਥੇ ਆ ਕੀਤਾ, ਅਸੀਂ ਦਾਨ ਕੀਤਾ, ਤੇ ਫਿਰ ਸਾਡੀ ਸੋਚ ਵੀ ਉਹ ਭਾਈ ਦੁੱਧੇ ਵਾਲੀ ਹੈ। ਪਰ ਜੇ ਗੁਰਬਾਣੀ ਦਾ ਗਿਆਨ ਹੋਵੇ, ਵਿਚਾਰ ਹੋਵੇ ਸਾਡੇ ਕੋਲੇ, ਫਿਰ ਸਮਝ ਆਉਂਦੀ ਹੈ ਵੀ ਉਹ ਕਰਤਾਰ ਦਾ ਹੀ ਹੈ, ਸਭ ਕੁਝ ਪਰਮਾਤਮਾ ਦਾ ਹੀ ਹੈ। ਤੇ ਜਦੋਂ ਕਹਿੰਦੇ ਗੜਬਾ ਧੋ ਕੇ ਭਰਨ ਲੱਗਿਆ ਨਾ, ਵੇਖਿਆ ਕਹਿੰਦੇ ਗੜਬੇ ਦੇ ਵਿੱਚ ਦੁੱਧ ਪਿਆ ਹੋਇਆ, ਤੇ ਮਨ ਨੇ ਸੋਚਿਆ, ਇਤਿਹਾਸ ਵਿੱਚ ਇਸ ਤਰ੍ਹਾਂ ਲਿਖਿਆ ਹੈ, ਕਹਿੰਦੇ ਮਨ ਨੇ ਸੋਚਿਆ ਵੀ ਕਹਿੰਦੇ ਇਹ ਦੁੱਧ ਰਹਿ ਗਿਆ ਹੋਣਾ ਵਿੱਚੋਂ ਮੈਂ ਭਰਿਆ ਹੋਇਆ। ਪਰ ਭਾਵ ਅਰਥ ਇਸ ਦਾ ਇੱਕ ਹੋਰ ਹੈ। ਮਨ ਉੱਥੇ ਵਿਚਾਰਦਾ ਵਿਚਾਰਦਾ ਜਦੋਂ ਸਮਝ ਲਈ ਭਾਈ ਮਰਦਾਨੇ ਤੋਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਵਿਚਾਰਾਂ ਸੁਣੀਆਂ, ਮਰਦਾਨੇ ਨੇ ਕਿਹਾ ਉਹ ਭਲਿਆ ਤੇਰੇ ਗਵਾਂਢੀ ਕਰਤਾਰ ਦੀ ਗੱਲ ਨਹੀਂ ਕਰਦੇ ਸਤਿਗੁਰੂ, ਸਤਿਗੁਰੂ ਕਰਦੇ ਹੋ ਪ੍ਰਮਾਤਮਾ ਦੀ ਗੱਲ। ਕਿਉਂਕਿ ਰੋਜ਼ਾਨਾ ਸਤਿਗੁਰਾਂ ਦੀ ਬਾਣੀ ਸੁਣਨ ਵਾਲਾ ਸੱਚਾ ਗਿਆਨ ਨਾਲ ਰਬਾਬ ਵਜਾਉਣ ਵਾਲਾ ਮਰਦਾਨਾ ਸਮਝਾਉਂਦਾ ਉਸ ਨੂੰ, ਆ ਜਿਸਨੇ ਸਾਰੀ ਸ੍ਰਿਸ਼ਟੀ ਸਾਜੀ ਹੈ, ਜਿਹਨੇ ਆ ਹਵਾ ਦਿੱਤੀ ਹੈ, ਸਾਨੂੰ ਪਾਣੀ ਦਿੱਤਾ ਹੈ, ਜਿਹਨੇ ਸਾਡਾ ਸਰੀਰ ਸਾਜਿਆ ਹੈ, ਸਤਿਗੁਰੂ ਉਸ ਕਰਤਾਰ ਦੀ ਗੱਲ ਕਰਦੇ ਹੈ। ਫਿਰ ਗੁਰੂ ਪਿਆਰੇ ਨਦੀ ਦੇ ਕਿਨਾਰੇ ਤੇ ਜਾ ਕੇ ਨਾ, ਰਾਵੀ ਦੇ ਕਿਨਾਰੇ ਤੇ ਜਾ ਕੇ ਮਨ ਦੇ ਵਿੱਚ ਸੋਚਦਾ ਹੈ ਵੀ ਆ ਨਦੀ ਵਗਦੀ ਹੈ ਤੇ ਤਾਂ ਹੀ ਖੇਤ ਹਰੇ ਭਰੇ ਹੈ, ਤਾਂ ਹੀ ਪਸ਼ੂਆਂ ਲਈ ਅਨਾਜ ਹੁੰਦਾ ਹੈ, ਤਾਂ ਹੀ ਇਹ ਅਨਾਜ ਪਸ਼ੂਆਂ ਨੂੰ ਜਾ ਕੇ ਪੈਂਦਾ, ਤੂੜੀ ਪੈਂਦੀ ਹੈ, ਕੱਖ ਪੈਂਦਾ ਹੈ, ਹਰਾ ਪੈਂਦਾ ਹੈ। ਵਾਕਈ ਕਹਿੰਦੇ ਪ੍ਰਮਾਤਮਾ ਦਾ ਦਿੱਤਾ ਹੋਇਆ, ਉਸ ਕਰਤਾਰ ਦਾ ਦਿੱਤਾ ਹੋਇਆ ਹੀ ਦੁੱਧ ਹੈ। ਜੇ ਉਹ ਕਰਤਾਰ ਇਹ ਕੁਝ ਨਾ ਦੇਵੇ, ਜੇ ਹਵਾ ਨਾ ਦੇਵੇ, ਪਾਣੀ ਨਾ ਦੇਵੇ, ਜੇ ਰੋਸ਼ਨੀ ਨਾ ਦੇਵੇ, ਧੁੱਪ ਨਾ ਦੇਵੇ, ਫਿਰ ਕੀ ਹੋ ਸਕਦਾ? ਕੁਝ ਨਹੀਂ ਹੋ ਸਕਦਾ। ਭਾਵ ਉਹ ਗਿਆਨ ਹੋ ਜਾਂਦਾ ਦੁੱਧ ਨੂੰ ਇਸ ਗੱਲ ਤੋਂ। ਇਤਿਹਾਸ ਵਿੱਚ ਇਸ ਤਰ੍ਹਾਂ ਵੀ ਲਿਖਿਆ, ਕਹਿੰਦੇ ਨਦੀ ਵੱਲ, ਰਾਵੀ ਵੱਲ ਧਿਆਨ ਮਾਰਦਾ ਤੇ ਨਦੀ ਦੁੱਧਲੀ ਵਗਦੀ ਦਿਸਦੀ ਹੈ। ਉਹ ਨਦੀ ਦੁੱਧੀ ਇਸ ਤਰ੍ਹਾਂ ਵਗਦੀ ਦਿਸਦੀ ਹੈ ਵੀ ਇਹ ਨਦੀ ਦੇ ਕਾਰਨ ਹੀ ਹੈ ਸਾਰਾ ਕੁਝ। ਮਨਾ ਤੂੰ ਐਵੇਂ ਕਹਿ ਦਿੱਤਾ ਵੀ ਮੇਰੇ ਘਰ ਦਾ ਦੁੱਧ ਹੈ, ਇਹ ਤੇਰੇ ਘਰ ਦਾ ਨਹੀਂ, ਤੇ ਕਰਤਾਰ ਦੇ ਘਰ ਦਾ ਹੀ ਦੁੱਧ ਹੈ। ਗੁਰੂ ਪਿਆਰਿਓ, ਇਸ ਤਰ੍ਹਾਂ ਗੁਰੂ ਦੇ ਚਰਨਾਂ ਦੇ ਉੱਤੇ ਜਾ ਢਹਿ ਪਿਆ, ਜਲਦਾ ਕੜਵਾ ਲੈ ਕੇ ਕਿ ਸਤਿਗੁਰੂ ਜੀ ਮੇਰੇ ਮਨ ਦਾ ਭੁਲੇਖਾ ਨਿਕਲ ਗਿਆ, ਸਭ ਕੁਝ ਪ੍ਰਮਾਤਮਾ ਦਾ ਹੀ ਹੈ, ਸਭ ਕੁਝ ਆਪ ਜੀ ਦਾ ਦਿੱਤਾ ਹੋਇਆ ਹੀ ਹੈ। ਇਸ ਲਈ ਗੁਰੂ ਪਿਆਰੇ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਦਾ 550 ਸਾਲਾ ਆਪਾਂ ਸਾਰੇ ਰਲ ਕੇ ਮਨਾ ਰਹੇ ਹਾਂ, ਗੁਰੂ ਦੀ ਬਾਣੀ ਦੇ ਨਾਲ ਜੁੜੀਏ। ਅਸਲ ਸਤਿਗੁਰਾਂ ਦਾ ਜਨਮ ਦਿਹਾੜਾ ਮਨਾਉਣਾ ਇਹੋ ਹੀ ਆ, ਉਹਨਾਂ ਦੀ ਵਿਚਾਰ, ਉਹਨਾਂ ਦੀ ਸੋਚ ਪ੍ਰਾਪਤ ਕਰਨੀ, ਆਪਣੇ ਹਿਰਦੇ ਵਿੱਚ ਗੁਰਬਾਣੀ ਨੂੰ ਵਸਾਉਣਾ, ਗੁਰਬਾਣੀ ਨੂੰ ਲੈ ਕੇ ਆਉਣਾ। ਜਿੱਥੇ ਕਿਤੇ ਗੁਰੂ ਨਾਨਕ ਲੇਵਾ ਸਿੱਖ ਬੈਠਾ ਹੈ, ਅੱਜ 550 ਸਾਲਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਦਿਹਾੜਾ ਮਨਾ ਰਿਹਾ ਹੈ। ਕੋਈ ਕਿਸੇ ਤਰੀਕੇ ਨਾਲ, ਕੋਈ ਕਿਸੇ ਤਰੀਕੇ ਨਾਲ ਮਨਾ ਰਿਹਾ, ਕੋਈ ਲੰਗਰ ਲਾ ਰਿਹਾ, ਕੋਈ ਸੇਵਾ ਕਰ ਰਿਹਾ ਹੈ, ਪਰ ਨਾਲ ਗੁਰੂ ਪਿਆਰਿਓ ਗੁਰਬਾਣੀ ਦੀ ਵਿਚਾਰ ਸਾਡੇ ਕੋਲੇ ਹੋਵੇ। ਸਤ ਸੰਗਤ ਕਰਿਆ ਕਰੀਏ, ਗੁਰੂ ਦੇ ਚਰਨਾਂ ਵਿੱਚ ਬੈਠਣ ਦਾ ਸੁਭਾਅ ਬਣਾਈਏ। ਜਦੋਂ ਵੀ ਗੁਰਬਾਣੀ ਕੀਰਤਨ ਹੁੰਦਾ ਹੋਵੇ, ਸਤ ਸੰਗਤ ਹੁੰਦੀ ਹੋਵੇ, ਉੱਥੇ ਬੈਠਣਾ ਕਰਿਆ ਕਰੀਏ। ਉਸ ਦਾਤੇ ਨਾਲ ਪਿਆਰ ਪਾਈਏ, ਪ੍ਰੇਮ ਪਾਈਏ। ਸੋ ਆਓ, ਸਮਾਂ ਕਾਫੀ ਹੋ ਗਿਆ। ਜਦੋਂ ਆਏ ਸਾਂ ਦਰਬਾਰ ਸਾਹਿਬ ਦੇ ਵਿੱਚ ਤੇ ਵੇਖਿਆ ਭਾਈ ਸਾਹਿਬ ਇਕੱਲੇ ਕੀਰਤਨ ਕਰ ਰਹੇ ਸਨ, ਸੰਗਤ ਬਹੁਤ ਘੱਟ ਸੀ,
संगत नहीं सी कहण दा भाव इहो ही आ। सब नूं पता है कि मस्या दे दिहाड़े कथा कीर्तन विचारा हुंदियां, गुरु शब्द नाल जुड़िया जांदा है। फिर समय सिर हाजरी भरिया करो, समय विचों समा कढिया करो। ये जीवन मिलिया, मनुखा जन्म मिलिया, समा मिलिया उस परमात्मा के गुण गाउण वास्ते मिलिया, जीवन जीवन की सोझी लैण वास्ते मिलिया, आत्मिक आनंद पाउण लई गुरु के चरणों नाल गुरबाणी नाल जुड़िया करो। सो आओ, समा काफी हो गया। सारिया संगतां दा बहुत बहुत धन्यवाद जिन्हां हाजरी भरी। प्रबंधक कमेटी का धन्यवाद, भाई साहब भाई राजवीर सिंह जी, इन्हां दा भी बहुत बहुत धन्यवाद जो बड़े ही प्यार वाले ने। जदों आए सां गुरबाणी जाप हो रहा सी, उस तो बाद कीर्तन होया, कीर्तन कर रहे सन। पर गुरु प्यारे नाल साथ दिया करो, संगत जुड़िया करो, मिलके कीर्तन करया करो, ये हुई सच्ची किरत है। आओ सारे आनंद साहब दे विच रचना पवित्र करिए, गुरु के चरणों में अरदास बेनती करिए कि सतगुरु जी कृपा करके साडा सुभाव बनाओ, साडा मन है जिहड़ा जुड़े आप जी के चरणों के नाल, ताकि साडा जीवन सफल हो जाए। कथा कीर्तन करदे गुरबाणी पढ़दे एक नहीं कई भुलां पईयां होणीआं। सतगुरु जी इत्ते साथ संगत बख्शण जो सतगुरु होईयां भुलां दी खिमा बख्शण। आओ आनंद साहब दे विच रचना पवित्र करिए जी। सतनाम श्री वाहिगुरु जी। राम कली महला तीजा, आनंद ओंकार सतगुर प्रसाद। आनंद पिया मेरी माए, सतगुरु में पाया। राक्षस पुलवार परिया शब्द गावणिया,
ਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਸ ਕਰਮ ਹਦੂਰੇ ਕਰਮੀਆ ਹੋਇਆ ਆਪਣੀ ਤੇਰੇ ਲਗੇ ਪੂਰਾ ਜਿੰਦੀ ਨਾਮ ਤੇ ਆਇਆ ਵਾਹਿਗੁਰੂ ਜੀ ਵਾਹਿਗੁਰੂ 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 ਜਿੰਨੀ ਨਾਮ ਤੇ ਆਇਆ ਕਹੇ ਮਸਕਤ ਖਾਲ ਆਨੋ ਤੇ ਮੁਖੇ ਮਿਲਨੇ ਪ੍ਰੀਤੀ ਨਾਲ ਜਿੰਨੀ ਨਾਮ ਤੇ ਆਇਆ ਕਹੇ ਮਸਕਤ ਖਾਲ ਆਨੋ ਤੇ ਮੁਖੇ ਮਿਲਨੇ ਪ੍ਰੀਤੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੁਮ ਖੈਰ ਖੈਰ ਦਾਸ ਜੀਉ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਵਾਰਿਸ